ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਵਿਘਨਨ ਕੇ ਨਾਸ਼ਕ ਵਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਿਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ। ਤਰੋ ਤਰਾ ਤਰ ਪੁਨ ਪੁਨ ਸੀਸ ਜੀ ਪੁਨ ਪੁਨ ਸੀਸ। ਬੰਦੋ ਬਾਰ ਬਾਰ ਜਗਦੀਸ਼। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨੁਖ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸੁਨ ਸ੍ਰੀ ਗੁਰੂ ਤੇਗ ਬਹਾਦਰ ਕਹਿਓ। ਅਤ ਸੈ ਕਠਨ ਕਾਜ ਹਮ ਲਹਿਓ। ਕਾਮ ਯਖਾ ਦੇਵੀ ਬਰਦਾਨੀ। ਇਸਕੀ ਸੇਵਾ ਕੀਨ ਮਹਾਨੀ। ਪਰਮ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਕ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਨ। ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਆਓ ਸਤਿਗੁਰੂ ਜੀ ਕੀ ਬਖਸ਼ਿਸ਼ ਨਾਲ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਪ੍ਰਾਰੰਭਤਾ ਕਰੀਏ। ਗੁਰੂ ਇਤਿਹਾਸ ਦੀ ਲੜੀਵਾਰ ਕਥਾ ਜੋ ਮਹਾਰਾਜ ਜੀ ਕੇ ਨਾ ਪਵਿੱਤਰ ਸਥਾਨਾਂ ਤੇ ਆਪ ਸੰਗਤ ਰੋਜ਼ਾਨਾ ਸਰਵਣ ਕਰਦੇ ਹੋ ਚੱਲਦੀ ਆ ਰਹੀ ਲੜੀ ਤਹਿਤ ਥੋੜਾ ਜਿਹਾ ਸਮਾਂ ਮਹਾਰਾਜ ਜੀ ਕੇ ਜੀਵਨ ਬਿਰਤਾਂਤਾਂ ਦੇ ਨਾਲ ਜੁੜਨ ਦਾ ਯਤਨ ਕਰਦੇ ਹਾਂ। ਪ੍ਰਥਮ ਮਹਾਰਾਜ ਤੋਂ ਆਗਿਆ ਲਈਏ, ਰਸਨਾ ਪਵਿੱਤਰ ਕਰੀਏ, ਗੁਰੂ ਫਤਿਹ ਨਾਲ ਸਾਂਝ ਪਾਇਓ। ਫਤਿਹ ਪ੍ਰਵਾਨਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲਿਆਂ ਦੀਵਾਨਾਂ ਅੰਦਰ ਜੋ ਇਤਿਹਾਸ ਆਪ ਸੰਗਤ ਨੇ ਸਰਵਣ ਕੀਤਾ ਹੈ, ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰਾਜਾ ਬਿਸ਼ਨ ਸਿੰਘ ਦੇ ਨਾਲ ਕਾਮਰੂ ਦੇਸ਼ ਦੀ ਮੁਹਿੰਮ ਫਤਿਹ ਕਰਨ ਦੇ ਲਈ ਬੰਗਾਲ ਦੇਸ਼ ਜਿਹੜਾ ਹੈ ਉਸ ਨੂੰ ਜਿੱਤਣ ਦੇ ਲਈ ਨਾਲ ਗਏ ਹਨ। ਕਿਉਂ ਗਏ ਹਨ? ਇਹਦਾ ਕਾਰਨ ਇਹ ਹੈ ਵੀ ਜਿਹੜੇ ਉਸ ਦੇਸ਼ ਦੇ ਵਾਸੀ ਹਨ ਉਹ ਇੱਕ ਦੇਵੀ ਦੀ ਪੂਜਾ ਕਰਦੇ ਹਨ, ਮੰਤਰਾਂ ਦੀ ਸਿੱਧੀ ਕਰਦੇ ਹਨ ਤੇ ਮੰਤਰਾਂ ਜਾਦੂ ਦੇ ਨਾਲ ਆਏ ਹੋਏ ਹਰ ਕਿਸੇ ਨੂੰ ਆਪਣੇ ਵੱਸ ਕਰ ਲੈਂਦੇ ਹਨ। ਜਿਹੜਾ ਵੀ ਕੋਈ ਯੋਧਾ ਸੂਰਮਾ ਉਸ ਦੇਸ਼ ਤੇ ਹਮਲਾ ਕਰਨ ਜਾਂਦਾ ਸੀ, ਮੰਤਰਾਂ ਦੀ ਤਾਕਤ ਦੇ ਨਾਲ ਉਸ ਨੂੰ ਹਰਾ ਦਿੰਦੇ ਸਨ ਤੇ ਉਹ ਖਤਮ ਹੋ ਜਾਂਦਾ ਜਾਂ ਮਾਰਿਆ ਜਾਂਦਾ। ਸੋ ਰਾਜਾ ਬਿਸ਼ਨ ਸਿੰਘ ਜਿਸ ਵਕਤ ਚੜ੍ਹਾਈ ਕਰਨ ਲੱਗਾ, ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਮਹਾਰਾਜ
ਬਲੀ ਪੁਰਖ ਹਨ, ਬਖਸ਼ਿਸ਼ ਕਰਨ ਵਾਲੇ ਹਨ, ਮਹਾਰਾਜ ਸਾਨੂੰ ਜਿਤਾ ਸਕਦੇ ਹਨ। ਬੇਨਤੀ ਕੀਤੀ, ਮਹਾਰਾਜ ਨੂੰ ਨਾਲ ਲੈ ਕਰਕੇ ਗਿਆ। ਅੱਗੇ ਭਾਈ ਸਾਹਿਬ ਜੀ ਦੱਸਦੇ ਨੇ ਕਿ ਕੁਝ ਦਿਨ ਇੱਥੇ ਬ੍ਰਹਮਪੁੱਤਰ ਨਦੀ ਦੇ ਕਿਨਾਰੇ ਦੋਵਾਂ ਦਿਸ਼ਾਵਾਂ ਤੋਂ ਜੰਗ ਚੱਲਦੀ ਰਹੀ ਹੈ। ਪਰੰਤੂ ਇਹ ਸ਼ਸਤਰ ਦੀ ਜੰਗ ਨਹੀਂ ਹੈ ਕਿ ਜਿਵੇਂ ਸੂਰਮੇ ਹਥਿਆਰ ਲੈ ਕੇ ਜੰਗ ਦੇ ਵਿੱਚ ਲੜਦੇ ਸਨ, ਮੰਤਰਾਂ ਦੇ ਨਾਲ ਲੜੀ ਜਾ ਰਹੀ ਹੈ। ਉਧਰ ਜਿਹੜੇ ਕਾਮਰੂ ਦੇਸ਼ ਬੰਗਾਲ ਵਾਸੀ ਨੇ ਉਹ ਮੰਤਰ ਪੜ੍ਹਦੇ ਨੇ ਤੇ ਇੱਧਰ ਦੇ ਮਨੁੱਖਾਂ ਤੇ ਆਪਣਾ ਪ੍ਰਭਾਵ ਛੱਡ ਦਿੰਦੇ ਨੇ। ਇੱਕ ਜਾਦੂਗਰਨੀ ਵੀ ਆਈ, ਮਹਾਰਾਜ ਨੇ ਬਖਸ਼ਿਸ਼ ਕਰਕੇ ਉਸ ਦਾ ਸਾਰਾ ਬਲ ਹਰ ਲਿਆ। ਸਿਪਾਹੀ ਉਹਨੂੰ ਪਕੜ ਕੇ ਲੈ ਆਏ, ਉਸ ਨੂੰ ਵੀ ਸਮਝਾਉਣ ਦਾ ਯਤਨ ਕੀਤਾ। ਇਸ ਤੋਂ ਅੱਗੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਨੇ ਕਿ ਇੱਕ ਦਿਨ ਰਾਜਾ ਬਿਸ਼ਨ ਸਿੰਘ ਜੋ ਹੈ ਸਤਿਗੁਰਾਂ ਦੀ ਹਜ਼ੂਰੀ ਅੰਦਰ ਆਇਆ। ਪਾਸ ਬੈਠਾ ਕੁਝ ਸਵਾਲ ਜਵਾਬ ਹੋਏ ਤੇ ਪੁੱਛਣ ਲੱਗਾ ਕਿ ਮਹਾਰਾਜ, ਜੇਕਰ ਆਪ ਜੀ ਦੇ ਪਾਸ ਅਸੀਮ ਵੱਡੀ ਤਾਕਤ ਹੈ ਤੇ ਤੁਸੀਂ ਇੱਕ ਵਾਰ ਹੀ ਕੋਈ ਮੰਤਰ ਪੜ੍ਹ ਕੇ ਇਹਨਾਂ ਨੂੰ ਕਿਉਂ ਨਹੀਂ ਹਰਾ ਦਿੰਦੇ, ਕਿਉਂ ਨਹੀਂ ਜਿੱਤ ਲੈਂਦੇ? ਕੀ ਕਾਰਨ ਹੈ ਕਿ ਜਦੋਂ ਇਹ ਮੰਤਰ ਪੜ੍ਹਦੇ ਨੇ ਸਾਡੇ ਤੇ ਕੋਈ ਪ੍ਰਭਾਵ ਪਾਉਂਦੇ ਹਨ ਤੇ ਉਹ ਤੇ ਤੁਸੀਂ ਰੋਕ ਦਿੰਦੇ ਹੋ, ਲੇਕਿਨ ਬਦਲੇ ਦੇ ਵਿੱਚ ਤੁਸੀਂ ਅੱਗੋਂ ਕੋਈ ਵੀ ਐਸੀ ਕਲਾ ਨਹੀਂ ਵਰਤਾਉਂਦੇ ਕਿ ਉਹਨਾਂ ਦਾ ਵੀ ਕੋਈ ਨੁਕਸਾਨ ਹੋਵੇ। ਮਹਾਰਾਜ ਨੇ ਫਿਰ ਆਪਣੇ ਪਵਿੱਤਰ ਮੁਖ ਤੋਂ ਉਸ ਨੂੰ ਇੱਕ ਗੱਲ ਸਮਝਾਉਣੀ ਕੀਤੀ। ਗੁਰਦੇਵ ਕਹਿਣ ਲੱਗੇ ਕਿ ਰਾਜਾ ਬਿਸ਼ਨ ਸਿੰਘ, ਅਸਲ ਵਿੱਚ ਸੱਚ ਹੈ ਵੀ ਇਹਨਾਂ ਨੇ ਵੀ ਜਿਹਦੇ ਤੋਂ ਇਹ ਤਾਕਤ ਪ੍ਰਾਪਤ ਕੀਤੀ ਹੈ ਨਾ, ਉਹ ਵੀ ਕੋਈ ਦੇਵੀ ਹੈ, ਉਹਦੇ ਪਾਸ ਵੀ ਕੋਈ ਮੰਤਰ ਹੈ। ਤੇ ਜਿਨ੍ਹਾਂ ਤੋਂ, ਜਿਸ ਦੇਵੀ ਤੋਂ ਇਹਨਾਂ ਨੇ ਇਹ ਤਾਕਤ ਲਈ ਹੈ, ਇਹਨਾਂ ਨੇ ਵੀ ਉਹਦੇ ਤੋਂ ਮੰਤਰ ਸਾਧ ਕੇ ਵਰ ਪ੍ਰਾਪਤ ਕੀਤਾ ਹੈ ਤੇ ਵਰ ਨੂੰ ਅਸੀਂ ਤੋੜ ਨਹੀਂ ਸਕਦੇ। ਉਹ ਜਿਹੜਾ ਵਰ ਹੈ ਉਸ ਨੂੰ ਤੋੜਨਾ ਇਹ ਸਾਡੇ ਲਈ ਠੀਕ ਨਹੀਂ ਹੈ। ਇਸ ਲਈ ਅਸੀਂ ਬੜੇ ਸਹਿਜ ਨਾਲ ਉਹਨਾਂ ਦੇ ਕੀਤੇ ਦਾ ਜਵਾਬ ਦੇ ਦਿੰਦੇ ਹਾਂ। ਕੁਝ ਸਮਾਂ ਹੋਰ ਲੱਗੇਗਾ, ਇਹ ਜੰਗ ਆਪਾਂ ਮੁਹਿੰਮ ਫਤਿਹ ਕਰ ਲਵਾਂਗੇ। ਜਿਸ ਵਿਦ ਕਹਿ ਰਹੇ ਹਨ ਭਾਈ ਸਾਹਿਬ ਜੀ ਜ਼ਿਕਰ ਕਰਦੇ ਹਨ, ਸੁਨ ਸ਼੍ਰੀ ਸਤਿਗੁਰੂ ਤੇ ਸੁਨ ਸ਼੍ਰੀ ਤੇਗ ਬਹਾਦਰ ਕਹਿਓ, ਅਤਿਸ਼ੈ ਕਠਿਨ ਕਾਮ ਹਮ ਲਹਿਓ। ਇਹ ਕੰਮ ਔਖਾ ਸੀ ਜਿਸ ਮੁਹਿੰਮ ਤੇ ਤੁਸੀਂ ਚੜ੍ਹ ਕੇ ਆਏ ਹੋ, ਬਹੁਤ ਔਖਾ ਕਾਰਜ ਸੀ। ਕਾਮਖਿਆ ਦੇਵੀ ਵਰਦਾਨੀ, ਇਹ ਜਿਸ ਦੇਵੀ ਦੀ ਪੂਜਾ ਕਰਦੇ ਹਨ ਨਾ, ਉਸੇ ਦੇਵੀ ਨੇ ਇਹਨਾਂ ਲੋਕਾਂ ਨੂੰ ਆਪਣੇ ਮੰਤਰ ਦਾ ਇੱਕ ਵਰ ਦਿੱਤਾ ਹੋਇਆ ਕਿ ਜਿਹੜਾ ਵੀ ਇਸ ਮੰਤਰ ਨੂੰ ਪੜ੍ਹੇਗਾ ਉਸ ਨੂੰ ਜਿਤਨਾ ਔਖਾ ਹੈ। ਇਸ ਕੀ ਸੇਵਾ ਕੀਨ ਮਹਾਨੀ, ਇਹਨਾਂ ਨੇ ਆਪਣੀ ਦੇਵੀ ਇਸ ਇਸ਼ਟ ਮੰਨ ਕੇ ਇਹਦੀ ਸੇਵਾ ਬਹੁਤ ਕੀਤੀ ਹੈ ਜੀ। ਇਨਕੇ ਬੜੇ ਪ੍ਰਸੰਨ ਕਰੀ ਹੈ, ਇਹਨਾਂ ਦੇ ਵੱਡੇ ਜਿਤਨੇ ਸਨ ਭਾਵੇ। ਇਹ ਬੰਗਾਲ ਦੇਸ਼ ਦੇ ਰਾਜੇ ਤੋਂ ਪਹਿਲਾਂ ਜਿਹੜੇ ਹੋਰ ਵੀ ਰਾਜੇ ਹੋਏ ਹਨ ਇਸ ਦੇਸ਼ ਦੇ, ਉਹਨਾਂ ਨੇ ਮੰਤਰ ਸਾਧ ਕੇ ਤਪ ਸਾਧ ਕਰਕੇ ਇਸ ਦੇਵੀ ਨੂੰ ਪ੍ਰਸੰਨ ਕੀਤਾ ਹੈ ਜੀ। ਪਰ ਦੇਵਨ ਕੋ ਸਿਵਾ ਟਰੀ ਹੈ, ਤੇ ਇਤਨੀ ਆਰਾਧਨਾ ਕੀਤੀ ਵੀ ਅਖੀਰ ਤੇ ਇਸ ਦੇਵੀ ਤੋਂ ਇਹ ਵਰ ਪ੍ਰਾਪਤ ਕਰ ਲਿਆ ਸੀ ਕਿ ਸਾਨੂੰ ਕੋਈ ਜਿੱਤ ਨਾ ਸਕੇ। ਅਚਲ ਰਾਜ ਹਮਰੀ ਕੁਲ ਰਹਿ, ਜਿਹੜਾ ਵਰ ਮੰਗਿਆ ਸੀ ਦੇਵੀ ਤੋਂ, ਇਹ ਮੰਗਿਆ ਸੀ ਵੀ ਜਿਹੜੀ ਸਾਡੀ ਕੁਲ ਹੈ ਇਹਦੇ ਵਿੱਚ ਸਦਾ ਰਾਜ ਬਣਿਆ ਰਵੇ। ਹੁਣ ਜਿਹੜਾ ਮੌਜੂਦਾ ਸਮੇਂ ਦਾ ਉੱਥੋਂ ਦਾ ਰਾਜਾ ਹੈ ਨਾ, ਉਹਦੇ ਜਿਹੜੇ ਬਜ਼ੁਰਗ ਹੋਣਗੇ, ਪਿਛਲੀ ਪੀੜ੍ਹੀ ਵਿੱਚੋਂ ਜਿਹੜੇ ਹੋਣਗੇ, ਮਹਾਰਾਜ ਕਹਿਣ ਲੱਗੇ ਉਹਨਾਂ ਨੇ ਵਰ ਮੰਗਿਆ ਸੀ ਕਿ ਸਾਡਾ ਜਿਹੜਾ ਰਾਜ ਹੈ ਇਹ ਇਦਾਂ ਹੀ ਬਣਿਆ ਰਹੇ ਜੀ। ਸਤਰ ਆਏ ਪਰਾਜੈ ਲਹੈ, ਜੇਕਰ ਕੋਈ ਸਾਡਾ ਦੁਸ਼ਮਣ, ਕੋਈ ਸ਼ਤਰੂ ਚੜ੍ਹ ਕੇ ਵੀ ਆਉਂਦਾ ਹੈ ਤੇ ਸਾਨੂੰ ਜਿੱਤ ਨਾ ਸਕੇ, ਆਪ ਹਾਰ ਜਾਏ। ਤੇ ਸੁਭਾਵਕ ਹੈ, ਪੁਰਾਣੇ ਸਮੇਂ ਵਿੱਚ ਐਸਾ ਬਹੁਤ ਕੁਝ ਹੁੰਦਾ ਸੀ। ਦੇਵਤਿਆਂ ਪਾਸੋਂ ਆਰਾਧਨਾ ਕਰਕੇ ਵਰ ਮੰਗੇ ਜਾਣੇ। ਸ਼ਾਸਤਰ ਵਿਧਾਨ ਵਿੱਚ ਵੀ ਅਸੀਂ ਵੇਖਦੇ ਹਾਂ ਬਹੁਤ ਇਦਾਂ ਦਾ ਸਾਨੂੰ ਮਿਲਦਾ ਹੈ। ਸੋ ਇਹ ਵਰ ਮੰਗਿਆ ਸੀ ਇੱਥੋਂ ਦੀ ਇਸ ਦੇਵੀ ਦੇ ਪਾਸੋਂ, ਕਾਮਰੂਪ ਦੇਵੀ ਪਾਸੋਂ, ਵੀ ਜੋ ਵੀ ਕੋਈ ਸਾਡਾ ਦੁਸ਼ਮਣ, ਕੋਈ ਸ਼ਤਰੂ ਚੜ੍ਹ ਕੇ ਆਵੇ ਤੇ ਉਹ ਕਦੀ ਜਿੱਤ ਨਾ ਸਕੇ, ਹਾਰ ਕੇ ਹੀ ਵਾਪਸ ਜਾਏ ਜੀ। ਰਾਜ ਹਮਾਰੋ ਭ੍ਰਸ਼ਟ ਨਾ ਹੋਏ, ਤੇ ਉਹ ਵਰ ਇਹਨਾਂ ਲੋਕਾਂ ਨੂੰ, ਇਹਨਾਂ ਬੰਗਾਲ ਵਾਸੀਆਂ ਨੂੰ, ਕਾਮਰੂ ਦੇਸ਼ ਦੇ ਮਨੁੱਖਾਂ ਨੂੰ, ਜਿਹੜੇ ਹੁਣ ਮੌਜੂਦਾ ਸਮੇਂ ਦੇ ਵਿੱਚ ਰਾਜ ਪ੍ਰਬੰਧ 'ਚ ਰਾਜੇ ਹਨ, ਉਹਨਾਂ ਨੂੰ ਮਿਲਿਆ ਹੋਇਆ ਹੈ। ਇਸੇ ਵਰ ਦੀ ਬਦੌਲਤ ਹੀ ਇਹਨਾਂ ਦਾ ਜਿਹੜਾ ਰਾਜ ਹੈ ਉਸ ਨੂੰ ਨਾਸ਼ ਕਰਨਾ, ਖਤਮ ਕਰਨਾ ਸੌਖਾ ਨਹੀਂ ਹੈ। ਇਹ ਵਰ ਲਿਓ ਦੇਸ ਨਿਪਜੋਏ, ਇਸ ਦੇਸ਼ ਦਾ ਜਿਹੜਾ ਮੁਖੀ ਨਿਰਪ ਰਾਜਾ ਹੈ ਉਸ ਨੇ ਇਹ ਵਰ ਲਿਆ ਹੋਇਆ ਹੈ। ਤੇ ਜਿਹੜਾ ਕੋਈ ਵਰ ਕਿਸੇ ਨੇ ਲਿਆ ਹੁੰਦਾ ਨਾ ਗੁਰਮੁਖੋ, ਉਹ ਕਿਸੇ ਦੂਸਰੇ ਇਸ਼ਟ ਦੇ ਲਈ, ਕਿਸੇ ਦੂਸਰੇ ਗੁਰੂ ਦੇ ਲਈ ਤੋੜਨਾ ਕਠਿਨ ਹੁੰਦਾ, ਕਿਉਂਕਿ ਉਹ ਨਹੀਂ ਚਾਹੁੰਦੇ ਵੀ ਇਹਨਾਂ ਦੇ ਵਰ ਨੂੰ, ਇੱਕ ਦੇਵਤੇ ਦੇ ਵਰ ਨੂੰ ਦੂਜਾ ਤੋੜੇ ਤੇ ਉਹਦੀ ਹੇਠੀ ਹੋਵੇ।
ਇਸ ਲਈ ਇਹਨਾਂ ਨੇ ਇਹ ਆਪਣੇ ਦੇਵਤੇ ਨੂੰ ਪ੍ਰਸੰਨ ਕਰਕੇ ਯੱਗ ਆਦਿਕ ਕਰਕੇ ਮੰਤਰ ਆਦਿਕ ਪੜ੍ਹ ਕੇ ਇਹ ਜਿਹੜਾ ਰਾਜਾ ਹੈ ਇਹਦੀ ਕੁੱਲ ਵਿੱਚੋਂ ਇਹਨਾਂ ਨੇ ਵਰ ਪ੍ਰਾਪਤ ਕੀਤਾ ਹੋਇਆ ਹੈ ਜੀ। ਤਿਸ ਬਰ ਕੋ ਕੋਰੋ ਕਿਮ ਕਰੈ। ਹੁਣ ਇਸ ਵਰ ਨੂੰ ਕੌਣ ਤੋੜੇ, ਕਿਵੇਂ ਤੋੜੇ? ਐਸਾ ਨਹੀਂ ਕਿ ਸਤਿਗੁਰਾਂ ਦੇ ਪਾਸ ਇਹਨੂੰ ਤੋੜਨ ਦੀ ਸਮਰੱਥਾ ਨਹੀਂ ਹੈ, ਲੇਕਿਨ ਮਹਾਰਾਜ ਨਹੀਂ ਚਾਹੁੰਦੇ ਕਿ ਕਿਸੇ ਦੇ ਵਿਧਾਨ ਦੇ ਅੰਦਰ ਇਦਾਂ ਦੀ ਕੋਈ ਕਲਾ ਵਰਤਾ ਕਰਕੇ ਤੇ ਉਸ ਵਰ ਨੂੰ ਖਤਮ ਕੀਤਾ ਜਾਏ। ਜਾਂ ਤੇ ਪਖ ਦੇਵੀ ਤਿਨ ਤਰੈ। ਇਸੇ ਲਈ ਅਸੀਂ ਜੋ ਵੀ ਕੁਝ ਉਹ ਕਰਦੇ ਹਨ, ਜੋ ਵੀ ਜਾਦੂ ਸਾਡੇ ਤੇ ਚਲਾਉਂਦੇ ਹਨ, ਉਹ ਤੇ ਆਪਾਂ ਰੋਕ ਲੈਂਦੇ ਹਾਂ, ਪਰੰਤੂ ਬਦਲੇ ਵਿੱਚ ਆਪਾਂ ਐਸਾ ਕੁਝ ਨਹੀਂ ਕਰਨਾ ਤੇ ਨਾ ਹੀ ਕਰਾਂਗੇ ਜੀ। ਅਪਰ ਕੌਣ ਦੇਵੀ ਬਰ ਖੋਵੈ। ਅਪਰ ਕੌਣ ਤੇ ਹੋਰ ਕੌਣ ਐਸਾ? ਕਿਉਂਕਿ ਜੇ ਵੇਖਿਆ ਜਾਏ ਸਤਿਗੁਰਾਂ ਤੋਂ ਵੱਡਾ ਤਾਂ ਉੱਥੇ ਹੁਣ ਕੌਣ ਬੈਠਾ ਹੈ ਜਿਹੜਾ ਇਸ ਦੇਵੀ ਦੇ ਵਰ ਨੂੰ ਖਤਮ ਕਰ ਦੇਵੇ ਜੀ। ਜਾਂ ਤੇ ਕਾਜ ਕਠਨ ਹੀ ਹੋਵੈ। ਇਸ ਕਰਕੇ ਮਹਾਰਾਜ ਕਹਿਣ ਲੱਗੇ ਰਾਜਾ ਬਿਸ਼ਨ ਸਿੰਘ ਜੀ, ਇਹ ਜਿਹੜੇ ਕਾਰਜ ਹੁੰਦੇ ਨੇ ਨਾ ਇਹ ਔਖੇ ਹੀ ਹੁੰਦੇ ਨੇ। ਤੇ ਰਾਜੇ ਬਿਸ਼ਨ ਸਿੰਘ ਨੂੰ ਤੇ ਪਹਿਲੇ ਵੀ ਪਤਾ ਹੈ, ਇਹਦਾ ਦਾਦਾ ਰਾਜਾ ਮਾਨ ਸਿੰਘ ਇਸੇ ਮੁਹਿੰਮ ਵਿੱਚ ਖਤਮ ਹੋਇਆ ਹੈ, ਬਹੁਤ ਸਾਰੀ ਫੌਜ ਮਰੀ ਹੈ। ਸੋ ਇਸ ਕਰਕੇ ਜਿਹੜੇ ਐਸੇ ਕਾਰਜ ਹੁੰਦੇ ਨੇ ਨਾ ਜਿਨ੍ਹਾਂ ਦੇ ਪਿੱਛੇ ਦੈਵੀ ਸ਼ਕਤੀਆਂ ਕੰਮ ਕਰਦੀਆਂ ਨੇ, ਜਿਨ੍ਹਾਂ ਦੇ ਪਿੱਛੇ ਗੁਪਤ ਤਾਕਤਾਂ ਕੰਮ ਕਰਦੀਆਂ ਨੇ, ਉਹਨਾਂ ਨੂੰ ਹਰਾਉਣਾ ਬੜਾ ਮੁਸ਼ਕਲ ਹੁੰਦਾ ਹੈ, ਸੌਖਾ ਕੰਮ ਨਹੀਂ ਹੁੰਦਾ ਹੈ ਜੀ। ਨਹਿ ਦੇਵੀ ਬਰ ਸਕੈ ਮਿਟਾਏ। ਕਿਉਂਕਿ ਅਸੀਂ ਉਸ ਦੇਵੀ ਦਾ ਜੋ ਵੀ ਇਹਨਾਂ ਨੇ ਕਰਮ ਧਰਮ ਕਰਕੇ ਉਸ ਨੂੰ ਪ੍ਰਸੰਨ ਕਰਕੇ ਵਰ ਪ੍ਰਾਪਤ ਕੀਤਾ ਹੈ, ਅਸੀਂ ਉਹ ਹਟਾਉਣਾ ਨਹੀਂ ਚਾਹੁੰਦੇ ਹਾਂ। ਪ੍ਰਭ ਕੀ ਸ਼ਕਤ ਸਗਲ ਜਗ ਮਾਏ। ਕਿਉਂਕਿ ਜੇ ਦੇਵੀ ਤੋਂ ਵੀ ਵਰ ਪ੍ਰਾਪਤ ਕੀਤਾ ਹੈ ਤੇ ਮਹਾਰਾਜ ਕਹਿਣ ਲੱਗੇ ਉਹ ਵੀ ਸਾਡੇ ਮਾਲਕ ਪਰਿਪੂਰਨ ਪ੍ਰਮਾਤਮਾ ਦੀ ਹੀ ਸ਼ਕਤੀ ਹੈ, ਤਾਕਤ ਹੈ। ਇਸ ਲਈ ਇਹ ਇੱਥੋਂ ਇੱਕ ਗੱਲ ਬੜੀ ਸਪਸ਼ਟ ਹੁੰਦੀ ਹੈ ਗੁਰਮੁਖੋ, ਕਿ ਜੇ ਕੋਈ ਮਨੁੱਖ ਕਿਸੇ ਦੇਵਤੇ ਨੂੰ ਅਰਾਧ ਕੇ ਤੇ ਉਹਦੇ ਤੋਂ ਕੋਈ ਬਖਸ਼ਿਸ਼ ਪ੍ਰਾਪਤ ਕਰ ਲੈਂਦਾ ਹੈ ਨਾ, ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਦੇਵਤਾ ਉਹਨੂੰ ਕੋਈ ਵਰ ਦੇ ਰਿਹਾ ਹੈ। ਕਿਤੇ ਨਾ ਕਿਤੇ ਉਹ ਸੂਖਸ਼ਮ ਕਲਾ ਉਸ ਪਰਿਪੂਰਨ ਪ੍ਰਮਾਤਮਾ ਤੋਂ ਹੀ ਵਰਤ ਰਹੀ ਹੈ, ਕਿਸੇ ਰੂਪ ਵਿੱਚ ਉਹ ਹੀ ਆਪਣੀ ਕਲਾ ਵਰਤਾ ਰਿਹਾ। ਕਿਉਂਕਿ ਮਹਾਰਾਜ ਨੇ ਕਿਹਾ ਪ੍ਰਭ ਕੀ ਸ਼ਕਤ ਸਗਲ ਜਗ ਮਾਏ। ਜੇ ਇਹਨਾਂ ਨੂੰ ਇਹ ਤਾਕਤ ਮਿਲੀ ਹੋਈ ਹੈ ਨਾ, ਤੇ ਦੇਵੀ ਦੇ ਰੂਪ ਵਿੱਚ ਇਹਨਾਂ ਨੇ ਉਸ ਨੂੰ ਅਰਾਧਿਆ, ਤੇ ਜਿਵੇਂ ਦਾ ਰੂਪ ਧਾਰ ਕੇ ਉਸ ਨੂੰ ਅਰਾਧਿਆ ਜਾਵੇ, ਜਿਵੇਂ ਦਾ ਮੰਨ ਕੇ ਅਰਾਧਿਆ ਜਾਵੇ, ਉਸੇ ਤਰ੍ਹਾਂ ਦਾ ਅੱਗੇ ਫਲ ਪ੍ਰਾਪਤ ਹੋ ਜਾਂਦਾ, ਵਰ ਮਿਲ ਜਾਂਦਾ। ਮਹਾਰਾਜ ਨੇ ਬਾਣੀ ਵਿੱਚ ਵੀ ਇਹ ਗੱਲ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਜੇਕਰ ਕੋਈ ਮਨੁੱਖ ਪਰਮਾਤਮਾ ਨੂੰ ਮਾਈ ਮਹਾਮਾਈ ਕੀ ਪੂਜਾ ਕਰੇ, ਇੱਦਾਂ ਕਰਕੇ ਕੋਈ ਅਰਾਧਦਾ ਤੇ ਉਹਨੂੰ ਉਸੇ ਤਰ੍ਹਾਂ ਦਾ ਵਰ ਮਿਲ ਜਾਂਦਾ। ਪਰੰਤੂ ਜੇਕਰ ਕੋਈ ਸ਼ਬਦ ਸਰੂਪ ਮੰਨ ਕੇ, ਅਕਾਲ ਸਰੂਪ ਮੰਨ ਕੇ ਉਸ ਨੂੰ ਧਿਆਉਂਦਾ ਹੈ, ਤੇ ਉਹ ਸਾਰੀ ਅਸੀਮ ਤਾਕਤ ਉਹਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦੀ ਹੈ, ਉਹ ਨਿਰੰਕਾਰ ਵਰਗਾ ਹੋ ਜਾਂਦਾ ਹੈ। ਇਸ ਲਈ ਕਿ ਰਾਜਾ ਜੀ ਸਾਰਿਆਂ ਦੇ ਅੰਦਰ ਇੱਕ ਪ੍ਰਭੂ ਦੀ ਕਲਾ ਵਰਤਦੀ ਹੈ, ਭਾਵੇਂ ਕੋਈ ਦੇਵੀ ਹੈ, ਦੇਵਤਾ ਹੈ, ਸਿੱਧ ਮਨੁੱਖ ਹੈ, ਤਾਕਤ ਸਭ ਦੇ ਅੰਦਰ ਇੱਕ ਪ੍ਰਮਾਤਮਾ ਦੀ ਕੰਮ ਕਰਦੀ ਹੈ ਜੀ। ਤੋ ਸੁਣਿਓ ਤੁਮ ਕਹਿਓ ਹਮਾਰੋ। ਤੋ ਸੁਣਿਓ ਤਹੁ ਮਹਾਰਾਜ ਕਹਿਣ ਲੱਗੇ ਕਿ ਰਾਜਨ ਤੁਸੀਂ ਸਾਡਾ ਕਿਹਾ ਹੋਇਆ ਮੰਨੋ, ਹੋਰ ਬਾਤਾਂ ਵਿੱਚ ਨਾ ਪਵੋ। ਜੋ ਕੁਝ ਅਸੀਂ ਕਹਿ ਰਹੇ ਹਾਂ ਤੁਸੀਂ ਉਹਦੇ ਤੇ ਖਿਆਲ ਕਰੋ, ਬਸ ਅਸੀਂ ਇਹ ਮੁਹਿੰਮ ਜਲਦੀ ਫਤਿਹ ਕਰਾਂਗੇ। ਸ਼੍ਰੀ ਨਾਨਕ ਕੋ ਨਾਮ ਚਿਤਾਰੋ। ਤੁਹਾਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ ਹੈ। ਇਸ ਵਰ ਨੂੰ ਤੋੜਨ ਦੇ ਲਈ ਤੁਹਾਨੂੰ ਕੋਈ ਮੰਤਰ ਪੜ੍ਹਨ ਦੀ ਲੋੜ ਨਹੀਂ, ਕਿਸੇ ਸਿੱਧ ਨੂੰ ਸੱਦਣ ਦੀ ਲੋੜ ਨਹੀਂ। ਜਦੋਂ ਕਿ ਅਸੀਂ ਤੁਹਾਡੇ ਨਾਲ ਬੈਠੇ ਹਾਂ, ਬਸ ਇੱਕ ਕੰਮ ਤੁਸੀਂ ਲਾਜ਼ਮੀ ਕਰੋ। ਕਿਹੜਾ ਕੰਮ ਕਰਨਾ? ਸ਼ਬਦ ਮਹਾਰਾਜ ਨੇ ਕਹਿ ਦਿੱਤਾ ਹੈ, ਭਾਈ ਸਾਹਿਬ ਜੀ ਨੇ ਆਪਣੀ ਰਚਨਾ ਵਿੱਚ ਕੋਟ ਕੀਤਾ ਹੈ, ਤਉ ਸੁਨੋ ਤੁਮ ਕਹੋ ਹਮਾਰੋ। ਅਸੀਂ ਤੁਹਾਨੂੰ ਜਿਹੜਾ ਕੰਮ ਕਹਾਂਗੇ ਤੁਸੀਂ ਉਹ ਲਾਜ਼ਮੀ ਕਰਿਓ, ਵਰ ਟੁੱਟ ਜਾਏਗਾ। ਕਿ ਸ਼੍ਰੀ ਨਾਨਕ ਕੋ ਨਾਮ ਚਿਤਾਰੋ। ਤੁਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਯਾਦ ਕਰੋ, ਉਹਨਾਂ ਦੇ ਦਿੱਤੇ ਹੋਏ ਸ਼ਬਦ ਨੂੰ ਯਾਦ ਕਰੋ ਜੀ। ਸਤ ਨਾਮ ਕੋ ਸਿਮਰਨ ਕਰੀਐ। ਬਸ ਭੈ ਕਰਨ ਦੀ ਲੋੜ ਨਹੀਂ ਹੈ, ਕੇਵਲ ਤੇ ਕੇਵਲ ਸਤ ਨਾਮ ਦਾ ਜਿਹੜਾ ਸਿਮਰਨ ਹੈ, ਰੱਬੀ ਨਾਮ ਦਾ ਸਿਮਰਨ ਆਪਣੇ ਹਿਰਦੇ ਵਿੱਚ ਰੱਖੋ ਜੀ। ਹਿਰਦੇ ਸੰਦੇਹਨ ਕੋ ਪਰ ਹਰੀਐ। ਸ਼ੰਕਾ ਨਾ ਰਹਿਣ ਦਿਓ ਹਿਰਦੇ ਦੇ ਅੰਦਰ, ਸੰਦੇਹ ਨਾ ਰਹਿਣ ਦਿਓ, ਕਿਉਂਕਿ ਜੇ ਸੰਦੇਹ ਰਵੇਗਾ, ਸ਼ੰਕਾ ਰਵੇਗਾ, ਤੇ ਫਿਰ ਹੋ ਸਕਦਾ ਹੈ ਵੀ ਸਾਡੀ ਤਾਕਤ ਘੱਟ ਹੋ ਜਾਏਗੀ। ਕਿਉਂਕਿ ਸ਼ੰਕਾ ਜਿਹੜਾ ਹੁੰਦਾ ਨਾ, ਇਹ ਦੁਬਿਧਾ ਨੂੰ ਜਨਮ ਦਿੰਦਾ, ਤੇ ਦੁਬਿਧਾ ਵਿੱਚ ਪਿਆ ਮਨੁੱਖ ਖੁਆਰ ਹੋ ਜਾਂਦਾ। ਮਹਾਰਾਜ ਬਾਣੀ ਵਿੱਚ ਵੀ ਫਰਮਾਉਂਦੇ ਹਨ, ਦੁਬਿਧਾ ਬੌਰੀ ਮਨ ਬੌਰਾਇਆ। ਦੁਬਿਧਾ ਆਈ ਨਹੀਂ ਕਿ ਮਨ ਭਟਕ ਗਿਆ, ਤੇ ਭਟਕਿਆ ਹੋਇਆ ਮਨ ਭੈ ਅਧੀਨ ਹੋ ਜਾਂਦਾ ਹੈ। ਭੈ ਵਿੱਚ ਫਸਿਆ ਹੋਇਆ ਮਨੁੱਖ ਹਮੇਸ਼ਾ ਦੌੜ ਜਾਂਦਾ, ਡਰ ਜਾਂਦਾ, ਆਪਣੀ ਮੁਹਿੰਮ ਫਤਿਹ ਨਹੀਂ ਕਰ ਸਕਦਾ।
ਇਸ ਲਈ ਮਹਾਰਾਜ ਕਹਿਣ ਲੱਗੇ ਕਿ ਭਾਈ ਨਿਸ਼ੰਕੇ ਹੋ ਕਰਕੇ, ਨਿਸੰਦੇਹ ਹੋ ਕਰਕੇ ਤੁਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੇ ਚਰਨਾਂ ਦਾ ਧਿਆਨ ਕਰੋ। ਕੁਝ ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਕੁਝ ਡਰਨ ਦੀ ਲੋੜ ਨਹੀਂ, ਸਾਡੇ ਸਾਰੇ ਕਾਰਜ ਰਾਸ ਹੋਣਗੇ। ਤੇ ਇਹਦੇ ਨਾਲ ਦੇ ਕੁਝ ਹੋਰ ਵੀ ਪ੍ਰਮਾਣ ਸਾਨੂੰ ਇਤਿਹਾਸ ਵਿੱਚੋਂ ਮਿਲਦੇ ਹਨ। ਗੁਰੂ ਨਾਨਕ ਸਾਹਿਬ ਜੀਆਂ ਦੇ ਵੇਲੇ ਦਾ ਇਤਿਹਾਸ ਪੜ੍ਹੀਏ ਨਾ ਤੇ ਜਨਮ ਸਾਖੀ ਵਿੱਚ ਮਿਲਦਾ ਕਿ ਇਹ ਜਿਹੜੀਆਂ ਦੇਵੀਆਂ, ਇਹ ਦੇਵਤੇ ਆਮ ਮਨੁੱਖਾਂ ਨੂੰ ਵਰ ਦਿੰਦੇ ਰਹੇ ਨੇ ਨਾ। ਬਾਬਾ ਲਹਿਣਾ ਜੀਆਂ ਨੇ ਅੱਖੀ ਵੇਖੇ ਗੁਰੂ ਨਾਨਕ ਸਾਹਿਬ ਜੀਆਂ ਦੇ ਘਰ ਝਾੜੂ ਲਾਇਆ ਕਰਦੀਆਂ ਸਨ। ਉਹ ਸਾਰਾ ਕੁਝ ਉਹ ਵੀ ਅਗੰਮੀ ਪੁਰਖ ਹੋ ਗਏ ਸਨ ਬਖਸ਼ਿਸ਼ ਲੈ ਕਰਕੇ। ਉਹਨਾਂ ਨੂੰ ਵੀ ਉਹ ਗੁਪਤ ਤਾਕਤਾਂ ਸਭ ਨਜ਼ਰ ਆਉਣ ਲੱਗ ਗਿਆ ਜੋ ਕੁਝ ਵਰਤਦਾ ਸੀ। ਤੇ ਉਹ ਜਦੋਂ ਵੇਖਦੇ ਸਨ ਤੇ ਉਹਨਾਂ ਨੂੰ ਦਿਸ ਪੈਂਦਾ ਸੀ ਵੀ ਅੱਜ ਫਲਾਨਾ ਦੇਵਤਾ ਬਾਬਾ ਨਾਨਕ ਸਾਹਿਬ ਜੀ ਦੀ ਚਰਨਾਂ ਦੀ ਧੂੜ ਲੈਣ ਆਇਆ। ਇਸ ਲਈ ਨਾ ਇਤਿਹਾਸ ਵਿੱਚ ਕੁਝ ਐਸੀਆਂ ਘਟਨਾਵਾਂ, ਵੈਸੇ ਤਾਂ ਜਦੋਂ ਅਸੀਂ ਪੜ੍ਹਦੇ ਹਾਂ ਸਾਨੂੰ ਲੱਗੇਗਾ ਕਰਾਮਾਤੀ ਦੀਆਂ ਗੱਲਾਂ ਨੇ, ਇਹ ਅਜੀਬ ਜਿਹੇ ਬਚਨ ਨੇ ਕਿ ਇਦਾਂ ਕਿੱਦਾਂ ਹੋਵੇਗਾ। ਸ਼ੰਕੇ ਵਾਲੀ ਮੱਤ ਜਿਹੜੀਆਂ ਨੂੰ ਇਸ ਪਾਸੇ ਵੱਲ ਨੂੰ ਜਾਂਦੀ ਹੈ ਬਹੁਤਾ, ਪਰੰਤੂ ਐਸਾ ਨਹੀਂ ਕਿ ਇਹ ਕੁਝ ਹੁੰਦਾ ਨਹੀਂ ਜਾਂ ਹੈ ਨਹੀਂ ਸੀ। ਕਿਉਂਕਿ ਜੇ ਇੱਥੇ ਮਹਾਰਾਜ ਜੀਆਂ ਨੇ ਇਤਨੀ ਬਾਤ ਕੀਤੀ ਹੈ ਤੇ ਕਦੇ ਆਪ ਧਿਆਨ ਨਾਲ ਬਾਬਾ ਨਾਨਕ ਸਾਹਿਬ ਮਹਾਰਾਜ ਜੀ ਕੀ ਸਿੱਧਾਂ ਵਾਲੀ ਗੋਸ਼ਟ ਪੜ੍ਹ ਕੇ ਵੇਖਿਓ। ਕਰਾਮਾਤਾਂ ਉਹਨਾਂ ਵੀ ਬੜੀਆਂ ਵਰਤਾਈਆਂ ਨੇ, ਗੁਪਤ ਸ਼ਕਤੀਆਂ ਉਹਨਾਂ ਵੀ ਬੜੀਆਂ ਵਰਤੀਆਂ। ਮੱਕੇ ਬਗਦਾਦ ਦੇ ਅੰਦਰ ਵੀ ਬੜਾ ਕੁਝ ਹੋਇਆ। ਸੋ ਇਸ ਵਿਧਨਾ ਜਦੋਂ ਵੀ ਕੁਝ ਵਰਤਦਾ ਹੈ ਜਾਂ ਕੋਈ ਵੀ ਐਸੀ ਗੁਪਤ ਤਾਕਤ ਕਿਤੇ ਵਰਤਦੀ ਹੈ, ਮਹਾਰਾਜ ਕੇਵਲ ਤੇ ਕੇਵਲ ਰੱਬੀ ਸਿਮਰਨ ਦੀ ਗੱਲ ਕਰਦੇ ਨੇ। ਤੇ ਸਾਡੇ ਲਈ ਵੀ ਇਹ ਉਪਦੇਸ਼ ਹੀ ਹੈ। ਕਿਤੇ ਵੀ ਸਾਡੇ ਜੀਵਨ ਅੰਦਰ ਕੋਈ ਸ਼ੰਕਾ ਆਵੇ, ਮਨੁੱਖ ਨੂੰ ਕੋਈ ਦੁਬਿਧਾ ਐਸੀ ਖੜੀ ਹੋਵੇ, ਲੱਗੇ ਵੀ ਮੇਰੇ ਤੇ ਵੀ ਕੋਈ ਓਪਰੀ ਸ਼ੈ ਦਾ ਪ੍ਰਭਾਵ ਹੈ, ਕੋਈ ਵਾਧ ਕਾਟ ਹੈ, ਘਰ ਵਿੱਚ ਆਦ ਵਿਆਦ ਲੱਗੀ ਹੈ, ਕੁਝ ਕਰਨ ਦੀ ਲੋੜ ਨਹੀਂ ਗੁਰਮੁਖੋ। ਜੋ ਸਿਧਾਂਤ ਸਾਨੂੰ ਦੱਸ ਰਿਹਾ ਨਾ, ਜੋ ਬਾਣੀ ਸਾਨੂੰ ਦੱਸ ਰਹੀ ਹੈ, ਕਿਸੇ ਕੋਲ ਜਾ ਕੇ ਕੋਈ ਮੰਤਰ ਪੜ੍ਹਨ ਦੀ ਲੋੜ ਨਹੀਂ, ਕੋਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਬਸ ਗੁਰੂ ਬਚਨਾਂ ਦੀ ਟੇਕ ਲੈ ਕਰਕੇ ਸਤਨਾਮ ਦਾ ਸਿਮਰਨ ਸ਼ੁਰੂ ਕਰ ਦਿਓ। ਨਿਰੰਤਰ ਨੇਮ ਬਣਾ ਕਰਕੇ ਸਵੇਰੇ ਸ਼ਾਮ ਅੱਧਾ ਘੰਟਾ ਸਿਮਰਨ ਕਰੋ। ਕੁਝ ਦਿਨਾਂ ਦੇ ਵਿੱਚ ਜੋ ਕੁਝ ਵੀ ਹੈ ਸਭ ਨਿਕਲ ਜਾਏਗਾ। ਕਿਉਂਕਿ ਮਹਾਰਾਜ ਨੇ ਕਿਹਾ ਸਤਨਾਮ ਕੋ ਸਿਮਰਨ ਕਰੀਏ, ਹਿਰਦੇ ਸੰਦੇਹਨ ਕੋ ਨਾ ਧਰੀਏ। ਹਿਰਦੇ 'ਚ ਕੋਈ ਸ਼ੰਕਾ ਨਾ ਕਰੋ, ਕਿਉਂਕਿ ਜਿਹੜਾ ਮੰਤਰ ਸਾਡੇ ਪਾਸ ਹੈ ਨਾ ਸਤਨਾਮ ਦਾ, ਇਹਦੇ ਅੱਗੇ ਵੱਡੇ ਵੱਡੇ ਵਾਰ ਟਲ ਜਾਂਦੇ ਨੇ। ਵੱਡੀਆਂ ਵੱਡੀਆਂ ਗੁਪਤ ਤਾਕਤਾਂ ਜਿਹੜੀਆਂ ਨੇ ਨਾ ਉਹ ਕੰਮ ਕਰਨਾ ਛੱਡ ਦਿੰਦੀਆਂ ਹਨ। ਨਿਸ਼ਚੈ ਹੋਏ ਹੈ ਵਿਜੈ ਤੁਮਾਰੀ। ਗੁਰਦੇਵ ਕਹਿਣ ਲੱਗੇ ਰਾਜਨ ਤੁਹਾਡੀ ਵਿਜੇ ਨਿਸ਼ਚੈ ਹੈ, ਤੁਹਾਡੀ ਜਿੱਤ ਲਾਜ਼ਮੀ ਹੈ। ਕਿਉਂਕਿ ਇਹ ਗੱਲ ਅਸੀਂ ਤੁਹਾਨੂੰ ਕਹਿ ਰਹੇ ਹਾਂ। ਨਹਿ ਬੀਤੈ ਚਿਰਕਾਲ ਅਗਾਰੀ। ਤੇ ਬਹੁਤਾ ਵਿਆਕੁਲ ਨਾ ਹੋਵੋ, ਬਹੁਤਾ ਚਿੰਤਾਤੁਰ ਨਾ ਹੋਵੋ, ਕਿਉਂਕਿ ਹੁਣ ਬਹੁਤਾ ਸਮਾਂ ਨਹੀਂ ਲੱਗੇਗਾ। ਇਹ ਜੰਗ ਫਤਿਹ ਹੋਣ ਵਿੱਚ, ਇਹ ਮੁਹਿੰਮ ਨੂੰ ਖਤਮ ਕਰਨ ਵਿੱਚ ਬਹੁਤਾ ਸਮਾਂ ਨਹੀਂ ਲੱਗੇਗਾ। ਅਸੀਂ ਜਲਦੀ ਇੱਥੋਂ ਵਾਪਸ ਮੁੜਾਂਗੇ ਜੀ। ਕੇਤਿਕ ਦਿਨਨ ਮੈਂ ਆਪਣੇ ਦੇਸ। ਕੁਝ ਦਿਨ ਸਾਨੂੰ ਇਸ ਸਥਾਨ ਤੇ ਹੋਰ ਲੱਗਣੇ ਹਨ, ਇੱਥੇ ਬਤੀਤ ਕਰਨੇ ਹਨ ਇਹ ਜੰਗ ਨੂੰ ਫਤਿਹ ਕਰਨ ਵਿੱਚ। ਫਿਰ ਵਾਪਸ ਆਪਣੇ ਦੇਸ਼, ਪੂਰਬ ਦੇਸ਼ ਤੇ ਪੰਜਾਬ ਦੇਸ਼ ਵੱਲ ਨੂੰ ਵਾਪਸ ਮੁੜਨਾ ਹੈ। ਗਮਨੈ ਤਿਆਗਿਓ ਸਕਲ ਕਲੇਸ਼। ਥੋੜੇ ਦਿਨਾਂ ਵਿੱਚ ਇਹ ਸਭ ਕੁਝ ਖਤਮ ਕਰਕੇ ਸਾਰਾ ਜਿਹੜਾ ਸੰਸਾ ਹੈ, ਜੋ ਝਗੜਾ ਚੱਲ ਰਿਹਾ ਹੈ, ਸਕਲ ਕਲੇਸ਼, ਕਿਉਂਕਿ ਜੰਗ ਕੀ ਹੈ, ਕਲੇਸ਼ ਹੀ ਹੈ ਇੱਕ ਕਿਸਮ ਦਾ। ਇਹ ਜੋ ਕੁਝ ਹੈ ਇਹਨੂੰ ਖਤਮ ਕਰਕੇ ਆਪਾਂ ਨੇ ਵਾਪਸ ਆਪਣੇ ਦੇਸ਼ ਜਾਣਾ ਹੈ ਜੀ। ਹਿਮ ਸੁਣ ਭੂਪਤ ਪਾਏ ਆਨੰਦ। ਜਿਸ ਵਿੱਚ ਸਤਿਗੁਰਾਂ ਦੇ ਮੁਖ ਤੋਂ ਰਾਜਾ ਬਿਸ਼ਨ ਸਿੰਘ ਨੇ ਇਹ ਪਾਵਨ ਬੋਲ ਸੁਣੇ। ਕਿਉਂਕਿ ਅਗੰਮੀ ਕਲਾ ਵਰਤਦੀ ਹੈ। ਸੁਭਾਵਕ ਜਦ ਆਪ ਚਿਤਾਰ ਕੇ ਵੇਖੋ, ਮਨ ਵਿੱਚ ਵਿਚਾਰ ਕੇ ਵੇਖੋ ਵੀ ਜਿਸ ਵਕਤ ਸਤਿਗੁਰਾਂ ਨੇ ਸਰੀਰ ਕਾਲ ਵਿੱਚ ਬਹਿ ਕਰਕੇ ਇਹ ਬਚਨ ਰਾਜਾ ਬਿਸ਼ਨ ਸਿੰਘ ਨੂੰ ਸੁਣਾਏ ਹੋਣਗੇ ਤੇ ਕਿੰਨੀ ਬਖਸ਼ਿਸ਼ ਹੋਈ ਹੋਵੇਗੀ। ਭਾਈ ਸਾਹਿਬ ਜੀ ਨੇ ਸ਼ਬਦ ਲਿਖਿਆ, ਇਮ ਸੁਣ ਭੂਪਤ ਪਾਏ ਆਨੰਦ। ਜਿਹੜਾ ਰਾਜਾ ਸੀ ਨਾ ਆਨੰਦ ਵਿੱਚ ਮਗਨ ਹੋ ਗਿਆ। ਕਿਉਂ? ਅਗੰਮੀ ਬੋਲ ਸੁਣਨ ਨੂੰ ਮਿਲ ਗਿਆ, ਸੱਚ ਬਾਣੀ ਸੁਣਨ ਨੂੰ ਮਿਲ ਗਈ। ਜੋ ਕੁਝ ਆਉਣ ਵਾਲੇ ਸਮੇਂ ਜਿਹੜੀਆਂ ਗੱਲਾਂ ਤੋਂ ਮਨ ਡਰਦਾ ਹੈ ਕਿ ਕਿਤੇ ਹਾਰ ਨਾ ਜਾਈਏ, ਮਰ ਨਾ ਜਾਈਏ, ਨੁਕਸਾਨ ਨਾ ਹੋ ਜਾਏ, ਮਹਾਰਾਜ ਨੇ ਕਹਿ ਦਿੱਤਾ, ਫਿਰ ਪਿੱਛੇ ਕਮੀ ਕਾਹਦੀ ਹੈ। ਇਸ ਵਿੱਚ ਬਹੁਤ ਆਨੰਦ ਚਿੱਤ ਹੋਇਆ ਜੀ। ਕੀਨ ਬੰਦਨਾ ਦੇਵ ਕਰ ਬੰਦ। ਫਿਰ ਉਸੇ ਵਕਤ ਹੀ ਦੋਵੇਂ ਹੱਥ ਜੋੜ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਆਪਣਾ ਸੀਸ ਰੱਖਦਾ ਹੈ ਤੇ ਬੰਦਨ ਕਰਦਾ ਹੈ ਜੀ। ਤਰ ਨਿਸ਼ਚੈ ਗਮਣਿਓ ਨਿਜ ਡੇਰੇ। ਮਹਾਰਾਜ ਜੀ ਕੇ ਬਚਨਾਂ ਤੇ ਨਿਸ਼ਚਾ ਕਰਕੇ ਵਾਪਸ ਆਪਣੇ ਡੇਰੇ ਵੱਲ ਨੂੰ ਉੱਠ ਤੁਰਿਆ ਹੈ। ਜਾਣੈ ਕਰੈ ਕਾਜ ਗੁਰ ਮੇਰੇ। ਮਨ ਵਿੱਚ ਵਿਸ਼ਵਾਸ
ਹੈ ਕਿ ਜਿਸ ਕਾਰਜ ਨੂੰ ਮੈਂ ਲੈ ਕੇ ਆਇਆ ਤੇ ਜਿਸ ਪੁਰਖ ਨੂੰ, ਜਿਸ ਗੁਰੂ ਨੂੰ ਨਾਲ ਲੈ ਕਰਕੇ ਆਇਆ, ਉਹ ਮੇਰੇ ਕਾਰਜ ਜ਼ਰੂਰ ਰਾਸ ਕਰਨਗੇ। ਨਾ ਤੇ ਦੁਰਲਭ ਹੁਤੀ ਵਿਸਾਲ। ਜੇ ਮਹਾਰਾਜ ਸਾਡੇ ਨਾਲ ਨਾ ਆਉਂਦੇ ਤੇ ਸੱਚਮੁੱਚ ਇਹ ਮੁਹਿੰਮ ਫਤਿਹ ਕਰਨੀ ਬਹੁਤ ਮੁਸ਼ਕਲ ਸੀ, ਕਿਉਂਕਿ ਉਧਰ ਉਹਨਾਂ ਪਾਸ ਤਾਂ ਕਰਾਮਾਤੀ ਤਾਕਤਾਂ ਜਾਦੂ ਹੈ, ਇੱਧਰ ਇਹ ਤਾਂ ਕੇਵਲ ਸ਼ਸਤਰ ਲੈ ਕੇ ਲੜਨ ਉਤਰੇ ਨੇ। ਇਹਨਾਂ ਕੋਲ ਕਿਹੜੀ ਤਾਕਤ ਹੈ, ਤੇ ਸ਼ਸਤਰ ਦੀ ਤੇ ਉਹ ਜੰਗ ਹੀ ਨਹੀਂ ਕਰ ਰਿਹਾ। ਇਸ ਕਰਕੇ ਇਹ ਮੁਹਿੰਮ ਫਤਿਹ ਕਰਨੀ ਮੇਰੇ ਲਈ ਬਹੁਤ ਮੁਸ਼ਕਲ ਸੀ ਜੀ। ਕਿਸਨੇ ਵਿਜੈ ਲਈ ਕਿਸ ਕਾਲ। ਤੇ ਇਹ ਵੀ ਇਤਿਹਾਸ ਦੱਸਦਾ ਹੈ ਕਿ ਇਸ ਤੋਂ ਪਹਿਲਾਂ ਇਸ ਮੁਹਿੰਮ ਤੇ ਕਿਸੇ ਵੀ ਯੋਧੇ ਸੂਰਮੇ ਨੇ ਵਿਜੇ ਪ੍ਰਾਪਤ ਨਹੀਂ ਕੀਤੀ, ਕੋਈ ਵੀ ਨਹੀਂ ਜਿੱਤਿਆ। ਦੂਸਰੇ ਦੀ ਗੱਲ ਨਾ ਕਰੀਏ, ਬਿਸ਼ਨ ਸਿੰਘ ਦਾ ਦਾਦਾ ਰਾਜਾ ਮਾਨ ਸਿੰਘ ਇਸ ਮੁਹਿੰਮ ਤੇ ਮਾਰਿਆ ਜਾਂਦਾ। ਇਸ ਕਰਕੇ ਕੌਣ ਜਿੱਤਿਆ ਹੈ ਇਸ ਮੁਹਿੰਮ ਨੂੰ? ਕੋਈ ਨਹੀਂ ਜਿੱਤ ਸਕਿਆ ਜੀ। ਇਮ ਚਿਤਵਤ ਜਬ ਜਾਮਨ ਹੋਈ। ਇਸ ਵਿਦਨਾ ਰਾਜਾ ਬਿਸ਼ਨ ਸਿੰਘ ਮਾਨੀ ਮਨ ਵਿੱਚ ਇਹ ਵਿਚਾਰਾਂ ਕਰ ਰਿਹਾ ਸੀ, ਸੋਚ ਰਿਹਾ ਸੀ, ਇਹ ਫੁਰਨੇ ਉਹਦੇ ਮਨ ਵਿੱਚ ਚੱਲ ਰਿਹਾ ਸੀ। ਤੇ ਇਤਨੇ ਨੂੰ ਫਿਰ ਰਾਤਰੀ ਹੋ ਗਈ ਹੈ। ਨਿਜ ਨਿਜ ਥਾਨ ਥਿਰੇ ਸਭ ਕੋਈ। ਫਿਰ ਰਾਤਰੀ ਵਿਸ਼ਰਾਮ ਦੇ ਲਈ ਰਾਜਾ ਬਿਸ਼ਨ ਸਿੰਘ ਸਹਿਤ ਉਹਦੇ ਜਿਹੜੇ ਫੌਜਦਾਰ ਸਿਪਾਹੀ ਆਦਿਕ ਹਨ, ਆਪਣੇ ਆਪਣੇ ਡੇਰਿਆਂ ਤੇ ਰੁਕ ਗਏ, ਰਾਤ ਦੇ ਵਿਸ਼ਰਾਮ ਕਰਦੇ ਹਨ। ਗਇਓ ਕਾਮਰੂਪਤ ਰਨਵਾਸ। ਥੋੜਾ ਜਿਹਾ ਹਵਾਲਾ ਭਾਈ ਸਾਹਿਬ ਜੀ ਦੂਸਰੇ ਪਾਸੇ ਦਾ ਕਾਮਰੂ ਦੇਸ਼ ਦੇ ਰਾਜੇ ਦਾ ਜ਼ਿਕਰ ਕਰਦੇ ਹਨ ਕਿ ਇੱਧਰ ਰਾਤ ਹੋਈ ਤੇ ਇਹ ਵਿਸ਼ਰਾਮ ਵਿੱਚ ਗਏ। ਉਧਰ ਜਿਹੜਾ ਕਾਮਰੂ ਦੇਸ਼ ਦਾ ਮੁਖੀ ਰਾਜਾ ਹੈ ਬੰਗਾਲ ਦੇਸ਼ ਦਾ, ਉਹ ਵੀ ਰਾਤਰੀ ਵਿਸ਼ਰਾਮ ਦੇ ਲਈ ਆਪਣੇ ਰਣਵਾਸ ਵਿੱਚ ਰਾਜ ਮਹਿਲ ਦੇ ਅੰਦਰ ਪਹੁੰਚਦਾ ਹੈ। ਅਨਕ ਇਸਤਰੀਆਂ ਜਹਾਂ ਬਿਲਾਸ। ਕਿਉਂਕਿ ਉਹਦਾ ਇੱਕ ਮਹੱਲ ਹੈ, ਉਹਦਾ ਤਾਂ ਰਾਜ ਹੈ, ਉਹ ਤੇ ਰਾਜਾ ਹੈ, ਤੇ ਰਾਜਿਆਂ ਦਾ ਆਪਾਂ ਨੂੰ ਪਤਾ ਹੈ ਕਿਸ ਵੇਦੋਂ ਵਿਚਰਦੇ ਹਨ। ਸੋ ਅਨੇਕਾਂ ਤਰ੍ਹਾਂ ਦੇ ਉਹਦੇ ਰਾਜ ਮਹਿਲ ਦੇ ਅੰਦਰ ਜਿਹੜੇ ਪ੍ਰਬੰਧ ਹਨ ਉਹ ਕੀਤੇ ਹੋਏ ਹਨ। ਪੀਤੰਬਰ ਅਰ ਸਿਰ ਦਸਤਾਰ। ਤੇ ਫਿਰ ਜਾ ਕਰਕੇ ਆਪਣੇ ਆਸਣ ਦੇ ਉੱਪਰ ਵਿਸ਼ਰਾਮ ਕਰਨ ਲੱਗਾ। ਪੀਲੇ ਰੰਗ ਦੀ ਜਿਹੜੀ ਦਸਤਾਰ ਹੈ, ਉਹ ਕਹਿ ਲਈਏ ਪੱਗ, ਉਸ ਵਕਤ ਉਹਨੇ ਬੰਨੀ ਹੋਈ ਸੀ। ਮਹਿ ਪਾਲਕ ਨੇ ਰੱਖੀ ਉਤਾਰ। ਉਹਦਾ ਜਿਹੜਾ ਸੰਤਰੀ ਹੈ, ਸੇਵਾਦਾਰ ਹੈ ਬੰਗਾਲ ਦੇਸ਼ ਦੇ ਰਾਜੇ ਦਾ, ਉਸ ਨੇ ਅੱਗੇ ਹੋ ਕਰਕੇ ਉਹ ਦਸਤਾਰ ਜਿਸ ਵਕਤ ਉਹਨੇ ਉਤਾਰੀ ਤੇ ਉਹਨੇ ਬੜੇ ਸਤਿਕਾਰ ਸਹਿਤ ਇੱਕ ਥਾਂ ਤੇ ਸਾਂਭ ਕਰਕੇ ਰੱਖਣਾ ਕੀਤਾ। ਖੰਜਰ ਇੱਕ ਨਿਪ ਪਾਸ ਰਖੰਤਾ। ਭਾਈ ਸਾਹਿਬ ਜੀ ਦੱਸ ਰਹੇ ਹਨ ਕਿ ਜਿਹੜਾ ਰਾਜਾ ਸੀ ਨਾ, ਉਹ ਆਪਣੇ ਪਾਸ ਇੱਕ ਸ਼ਸਤਰ ਖੰਜਰ ਜਿਹੜਾ ਹੈ ਉਹ ਹਰ ਵਕਤ ਆਪਣੇ ਪਾਸ ਸਰੀਰ ਨਾਲ ਬੰਨ੍ਹ ਕੇ ਰੱਖਦਾ ਸੀ। ਵਸਤਰਨ ਵਿਖੈ ਰੱਖਿਓ ਦੁਤਵੰਤਾ। ਉਹਨੂੰ ਬੜੇ ਸੁੰਦਰ ਤਰੀਕੇ ਦੇ ਨਾਲ ਵਸਤਰਾਂ ਦੇ ਵਿੱਚ ਜਿਵੇਂ ਲਪੇਟ ਕਰਕੇ ਤੇ ਫਿਰ ਉਹਨੇ ਆਪਣੇ ਪਾਸ ਰੱਖਣਾ, ਇਦਾਂ ਸਰੀਰ ਦੇ ਨਾਲ ਹੀ ਰੱਖਦਾ ਹੈ। ਰਤਨ ਜਰਾਉ ਮੁਸ਼ਟ ਗਹਿਨ ਕੀ। ਕਿਉਂਕਿ ਇਹ ਜਿਹੜਾ ਖੰਜਰ ਇਸ ਰਾਜੇ ਦੇ ਪਾਸ ਹੈ ਨਾ, ਇਹ ਕੋਈ ਆਮ ਖੰਜਰ ਨਹੀਂ ਹੈ। ਇਸ ਖੰਜਰ ਦੀ ਜਿਹੜੀ ਮੁਸ਼ਟ ਭਾਵ ਮੁੱਠਾ ਹੈ ਨਾ, ਜਿਹੜਾ ਫੜਨ ਵਾਲਾ ਹਿੱਸਾ ਹੁੰਦਾ ਉਹਦੇ ਉੱਪਰ ਵਿਸ਼ੇਸ਼ ਤਰ੍ਹਾਂ ਦੀ ਕਾਰੀਗਰੀ ਕੀਤੀ ਹੋਈ ਹੈ, ਹੀਰੇ ਆਦਿਕ ਲਾ ਕਰਕੇ, ਤੇ ਉਹਦਾ ਜਿਹੜਾ ਮੁੱਠਾ ਹੈ ਉਹ ਤਿਆਰ ਕੀਤਾ। ਇਸ ਵੇਲੇ ਉਹਦੀ ਕੀਮਤ ਬਹੁਤ ਹੈ, ਬੜਾ ਬੇਸ਼ਮੁੱਲਾ ਬੇਕੀਮਤੀ ਉਹ ਖੰਜਰ ਹੋਵੇਗਾ। ਸੋ ਇਸ ਵੇਲੇ ਉਸ ਨੂੰ ਉਹ ਹਰ ਵਕਤ ਆਪਣੇ ਪਾਸ ਹੀ ਰੱਖਦਾ ਹੈ। ਅਪਰ ਵਿਭੂਖਨ ਸੋਭਾ ਤਨ ਕੀ। ਤੇ ਹੋਰ ਵੀ ਬਹੁਤ ਸਾਰੇ ਐਸੇ ਗਹਿਣੇ ਆਦਿਕ ਹਨ, ਜਿਵੇਂ ਮੋਤੀਆਂ ਦੇ ਹਾਰ ਰਾਜੇ ਪਾਉਂਦੇ ਸਨ, ਸ਼ੀਸ਼ ਦੇ ਉੱਪਰ ਕਲਗੀ ਲਾ ਲਿਆ ਕਰਦੇ ਸਨ। ਰਾਜੇ ਲੋਕ ਅਕਸਰ ਐਸੇ ਸ਼ਿੰਗਾਰ ਪਾਉਂਦੇ ਨੇ, ਮਹਿੰਗੇ ਵਸਤਰ ਪਾਉਣੇ ਬੇਸ਼ਕੀਮਤੀ। ਸੋ ਉਸ ਜੋ ਕੁਝ ਵੀ ਉਹਨੇ ਆਪਣੇ ਸ਼ਿੰਗਾਰ ਅੰਦਰ ਲਾਇਆ ਹੋਇਆ ਸੀ, ਉਹ ਸਭ ਕੁਝ ਉਤਾਰ ਕਰਕੇ ਤੇ ਵਿਸ਼ਰਾਮ ਕਰਨ ਦੇ ਲਈ ਆਪਣੇ ਰਣਵਾਸ ਤੇ ਪਹੁੰਚਦਾ ਹੈ। ਸੁੰਦਰ ਚੌਂਕੀ ਪਰ ਡਿਗ ਤਰੇ। ਤੇ ਇਹ ਜੋ ਕੁਝ ਵੀ ਇਹ ਬੇਸ਼ਕੀਮਤੀ ਜਿਹੜੇ ਗਹਿਣੇ ਆਦਿਕ ਹਨ, ਜਿਵੇਂ ਉਹਦੇ ਵਸਤਰ ਹਨ ਜਾਂ ਉਹਦਾ ਜਿਹੜਾ ਖੰਜਰ ਹੈ, ਉਹ ਸਭ ਕੁਝ ਉਸਨੇ ਜਿਸ ਵਕਤ ਉਤਾਰਿਆ, ਤੇ ਉਹਦਾ ਜਿਹੜਾ ਅੱਗੇ ਪੈਰੋਕਾਰ ਹੈ, ਸੇਵਾਦਾਰ ਹੈ, ਉਸਨੇ ਉਹ ਸਭ ਕੁਝ ਲੈ ਕਰਕੇ ਇੱਕ ਸੁੰਦਰ ਚੌਂਕੀ ਦੇ ਉੱਪਰ ਭਾਵ ਇੱਕ ਵਿਸ਼ੇਸ਼ ਸਥਾਨ ਤੇ ਰੱਖ ਦਿੱਤਾ ਹੈ। ਸਹਿਜਾ ਪਰ ਭੂਪਤ ਚੜ ਥਿਰੇ। ਤੇ ਜਿਹੜਾ ਉਹ ਰਾਜਾ ਸੀ ਕਾਮਰੂ ਦੇਸ਼ ਦਾ, ਉਹ ਫਿਰ ਆਪਣੇ ਉਸ ਆਸਣ ਤੇ ਜਾ ਕਰਕੇ ਆਰਾਮ ਦੇ ਨਾਲ ਵਿਸ਼ਰਾਮ ਕਰਨ ਲੱਗਾ। ਕਰ ਦੇਵੀ ਕਮ ਅਖਿਆ ਨਮੋ। ਤੇ ਵਿਸ਼ਰਾਮ ਕਰਨ ਤੋਂ ਪਹਿਲਾਂ ਉਸਨੇ ਆਪਣੀ ਇਸ਼ਟ ਦੇਵੀ ਦਾ ਆਰਾਧਨ ਕੀਤਾ। ਆਪਣੀ ਉਹ ਜਿਹੜੀ ਦੇਵੀ ਨੂੰ ਉਹ ਮੰਨਦਾ ਹੈ, ਜਿਹਦੇ ਤੋਂ ਉਸ ਕੁੱਲ ਨੇ ਵਰ ਪ੍ਰਾਪਤ ਕੀਤਾ ਹੋਇਆ, ਆਪਣੀ ਉਹ ਸੇਜਾ ਤੇ ਬਹਿ ਕਰਕੇ
ਜੋ ਵੀ ਕੋਈ ਮੰਤਰ ਹੋਵੇਗਾ, ਇੱਥੇ ਕੋਈ ਜ਼ਿਕਰ ਖੈਰ ਨਹੀਂ ਕੀਤਾ, ਪਰੰਤੂ ਜੋ ਜਿਸ ਦੇਵੀ ਨੂੰ ਮੰਨਦਾ ਹੈ ਉਹਦਾ ਮੰਤਰ ਆਦਿਕ ਪੜਿਆ, ਉਹਦਾ ਜੋ ਪਾਠ ਕਰਮ ਹੈ ਉਹ ਉਸਨੇ ਬੈਠ ਕਰਕੇ ਕੀਤਾ ਹੈ। ਭਇਓ ਨੀਂਦ ਬਸ ਪਰਤੈ ਸਮੋ। ਫਿਰ ਜਲਦੀ ਹੀ ਰਾਤਰੀ ਨੂੰ ਜਿਵੇਂ ਮਨੁੱਖ ਫਿਰ ਆਪਣੇ ਆਸਨ ਤੇ ਲੇਟਦਾ, ਕੁਝ ਮਿੰਟਾਂ ਦੇ ਅੰਦਰ ਹੀ ਨੀਂਦ ਦੇ ਵਿੱਚ ਚਲਾ ਜਾਂਦਾ ਹੈ। ਫਿਰ ਇਸ ਵਿਧ ਉਹ ਵੀ ਵਿਸ਼ਰਾਮ ਕਰਨ ਲੱਗਾ ਹੈ ਜੀ। ਇਸ ਮੈਂ ਸ਼ਸਤਰ ਬਸਤਰ ਨਿਪਕੇਰੇ। ਪਰੰਤੂ ਰਾਤ ਨੂੰ ਸੌਣ ਲੱਗਿਆ ਉਹਨੇ ਜਿਹੜੇ ਆਪਣੇ ਸ਼ਸਤਰ ਵਸਤਰ ਆਦਿਕ ਉਤਾਰੇ ਹਨ। ਦੇਵੀ ਦੇਵ ਨਾ ਕਿਨਹੂ ਹਟਾਏ। ਜਿਹੜੇ ਸ਼ਸਤਰ ਵਸਤਰ ਉਤਾਰੇ ਸਨ, ਜਿਸ ਵਿਦ ਮਹਾਰਾਜ ਭਾਈ ਸਾਹਿਬ ਜੀ ਲਿਖਦੇ ਹਨ, ਸਰਬ ਅਨਾਏ ਗੁਰੂ ਤਿਸ ਬੇਰੇ। ਮਹਾਰਾਜ ਨੇ ਕੋਈ ਐਸੀ ਕਲਾ ਵਰਤਾਈ, ਐਸੀ ਬਖਸ਼ਿਸ਼ ਕੀਤੀ ਕਿ ਜੋ ਕੁਝ ਉਹ ਸਭ ਕੁਝ ਸੋਭਾ ਦੇ ਵਿੱਚ ਉਤਾਰ ਕਰਕੇ ਸੁੱਤਾ ਸੀ ਰਾਤ ਨੂੰ, ਉਹ ਸਾਰੇ ਕਿਸੇ ਨਾ ਕਿਸੇ ਤਰੀਕੇ ਗੁਪਤ ਰੂਪ ਦੇ ਵਿੱਚ ਕਲਾ ਵਰਤਾ ਕਰਕੇ ਮਹਾਰਾਜ ਜੀਆਂ ਨੇ ਆਪਣੇ ਪਾਸ ਮੰਗਵਾ ਲਏ। ਐਸੀ ਕਲਾ ਵਰਤੀ, ਕੋਈ ਮੰਤਰ ਨਾ ਚੱਲਿਆ, ਕੋਈ ਕਿਸੇ ਨੂੰ ਪਤਾ ਨਹੀਂ ਲੱਗਿਆ ਹੈ, ਕੋਈ ਤਾਕਤ ਜਿਹੜੀ ਉਸ ਵਕਤ ਨਹੀਂ ਵਰਤੀ ਹੈ। ਸਗਰੇ ਸਤਿਗੁਰ ਕੇ ਡਿਗ ਆਏ। ਭਾਈ ਸਾਹਿਬ ਜੀ ਜ਼ਿਕਰ ਕਰਦੇ ਹਨ ਵੀ ਉਹ ਸਭ ਸਮਾਨ, ਜਿਤਨਾ ਵੀ ਸੋਚ ਸਮਾਨ ਸੀ ਉਸ ਦਾ, ਉਹ ਮਹਾਰਾਜ ਜੀ ਕੇ ਪਾਸ ਪਹੁੰਚ ਗਿਆ। ਭਈ ਪ੍ਰਭਾਤ ਨਿਰਭ ਖੁਲੇ ਬਿਲੋਚਨ। ਫਿਰ ਜਿਸ ਵਕਤ ਦਿਨ ਚੜਿਆ ਹੈ, ਪ੍ਰਭਾਤ ਹੁੰਦੀ ਹੈ ਇਹਦੀ, ਨੇਤਰ ਜਿਸ ਵਕਤ ਦਿਨ ਚੜ੍ਹਦੇ ਨੂੰ ਖੁੱਲਦੇ ਹਨ। ਨਹਿ ਦੇਖੇ ਚਿਤ ਸੋਚਤ ਸੋਚਣ। ਤੇ ਜਿਸ ਵਕਤ ਉਹ ਸਭ ਕੁਝ ਦਿਸਿਆ ਨਹੀਂ, ਚੌਂਕੀ ਖਾਲੀ ਹੈ, ਤੇ ਮਨ ਹੀ ਮਨ ਵਿੱਚ ਇੱਕਦਮ ਸੋਚਣ ਲੱਗਾ ਹੈ। ਨਹਿ ਪਾਵਤ ਬਿਸਮਾਵਤ ਮਹਾ। ਕਿ ਮੇਰੀ ਕੀਮਤੀ ਸ਼ੈ ਗੁੰਮ ਗਈ ਹੈ, ਕੀਮਤੀ ਵਸਤਰ ਖੰਜਰ ਆਦਿਕ ਹਾਰ ਸਭ ਗੁੰਮ ਗਿਆ ਹੈ। ਕਿੱਧਰ ਗਏ, ਕਿਸੇ ਨੇ ਚੋਰੀ ਕੀਤਾ ਹੈ, ਕੋਈ ਚੱਕ ਕੇ ਲੈ ਗਿਆ ਹੈ, ਜਾਂ ਕੀ ਕਾਰਨ ਹੈ। ਏਦਾਂ ਇਹ ਵਿਚਾਰ ਕਰਨ ਲੱਗਾ ਹੈ ਜੀ। ਹੇ ਦੇਵੀ ਇਹ ਕੋਤਕ ਕਹਾਂ। ਤੇ ਫਿਰ ਜਿਸ ਵਕਤ ਕੋਈ ਵੀ ਇਸ ਨੂੰ ਪਤਾ ਨਹੀਂ ਲੱਗਿਆ ਕਿਸੇ ਪਾਸੋਂ, ਫਿਰ ਇਸ ਨੇ ਦੇਵੀ ਦਾ ਆਰਾਧਨ ਵੀ ਕੀਤਾ ਵੀ ਇਹ ਕੀ ਕੌਤਕ ਹੈ। ਅਤ ਚਿੰਤਾ ਤੁ ਨਰਪਤ ਹੋਵਾ। ਅਤ ਚਿੰਤਾ ਤੁਰੇ, ਬਹੁਤ ਚਿੰਤਾ ਤੁਰ ਹੋਇਆ, ਬਹੁਤ ਇਹ ਆਪਣੇ ਆਪ ਦੇ ਵਿੱਚ ਵਿਚਾਰ ਕਰਨ ਲੱਗਾ ਵੀ ਇਹ ਮੇਰੇ ਨਾਲ ਕੀ ਵਾਪਰ ਰਿਹਾ ਹੈ। ਐਸੋ ਬਿਗਨ ਨ ਕਬਹੂ ਜੋਵਾ। ਕਿ ਭਾਵ ਇਸ ਤੋਂ ਪਹਿਲਾਂ ਕਦੀ ਵੀ ਐਸਾ ਜਿਹੜਾ ਹੈ ਉਹ ਸਾਡੇ ਨਾਲ ਨਹੀਂ ਹੋਇਆ ਸੀ। ਨਿਤ ਦੇਵੀ ਮੇਰੀ ਰਖਵਾਰੀ। ਕਿਉਂਕਿ ਸਾਡੇ ਪਾਸ ਤੇ ਦੇਵੀ ਦੇ ਵਰ ਦੀ ਰੱਖਿਆ ਹੈ ਜੀ। ਆਨ ਸਕੈ ਕੋ ਬਿਗਨ ਪਸਾਰੀ। ਤੇ ਜਿੱਥੇ ਵਰ ਕੰਮ ਕਰਦਾ ਹੈ ਉੱਥੇ ਕੋਈ ਵਿਘਨ ਨਹੀਂ ਪੈ ਸਕਦਾ। ਭਾਵ ਵਰ ਦਾ ਇੱਕ ਬਖਸ਼ਿਸ਼ ਵੱਖਰਾ ਹੀ ਉਹ ਜੋ ਉਸ ਨੂੰ ਤਾਕਤ ਮਿਲੀ ਹੋਈ ਹੈ। ਕਹਿ ਦੇਵੀ ਕੋ ਬਰ ਮਿਟ ਗਇਓ। ਜਾਂ ਤੇ ਇਹ ਵਰ ਜਿਹੜਾ ਹੈ ਇਹ ਖਤਮ ਹੋ ਗਿਆ ਹੈ, ਤੇ ਜਾਂ ਕੋਈ ਹੋਰ ਕਾਰਨ ਹੋਇਆ ਹੈ। ਅਸ ਕੋ ਤਕ ਮੇਰੇ ਡਿਗ ਪਇਓ। ਭਾਵੇਂ ਮੇਰੇ ਨਾਲ ਕੀ ਕੁਝ ਵਾਪਰ ਰਿਹਾ ਹੈ, ਕਿਉਂ ਹੋ ਰਿਹਾ ਹੈ। ਕਿਉਂਕਿ ਇਕੱਲਾ ਇਸ ਗੱਲ ਕਰਕੇ ਚਿੰਤਾ ਤੁਰ ਨਹੀਂ ਹੈ, ਇਹ ਪਿਛਲੇ ਕੁਝ ਦਿਨਾਂ ਤੋਂ ਚਿੰਤਾ ਤੁਰ ਹੈ, ਜਦੋਂ ਤੋਂ ਇਹਦੀ ਲੜਾਈ ਰਾਜਾ ਬਿਸ਼ਨ ਸਿੰਘ ਦੇ ਫੌਜ ਨਾਲ ਲੱਗੀ ਹੈ। ਕਿਉਂਕਿ ਇਹਨੇ ਬੜੇ ਬੜੇ ਵੱਡੇ ਜਾਦੂਗਰ ਭੇਜੇ, ਜਿਨ੍ਹਾਂ ਪਾਸ ਮੰਤਰਾਂ ਦੀ ਸਿੱਧੀ ਸੀ, ਜਿਨ੍ਹਾਂ ਵਿੱਚ ਕੁਝ ਇਸਤਰੀਆਂ ਵੀ ਸਨ, ਕਿ ਜਾ ਕੇ ਉੱਥੇ ਮੰਤਰ ਸਿੱਧ ਕਰੋ ਤੇ ਜਿਹੜੀ ਫੌਜ ਆਈ ਹੈ ਉਸ ਨੂੰ ਆਪਣੇ ਮੰਤਰਾਂ ਦੇ ਨਾਲ ਭੈ ਖਵਾ ਕਰਕੇ, ਡਰਾ ਕਰਕੇ ਇੱਥੋਂ ਨਸਾ ਦਿਓ। ਪਰੰਤੂ ਕੰਮ ਇੱਕ ਵੀ ਨਹੀਂ ਕੀਤਾ, ਸਾਰੇ ਨਿਸ਼ਫਲ ਹੋ ਗਏ। ਬੜਾ ਚਿੰਤਾ ਤੁਰ ਹੋਇਆ। ਇਦਾਂ ਕਿਉਂ, ਇਹਨੇ ਆਪਣੀ ਗੁਪਤ ਤਾਕਤ ਵਰਤਾਉਣੀ ਚਾਹੀ ਮੰਤਰ ਦੀ, ਲੇਕਿਨ ਕੰਮ ਨਹੀਂ ਕੀਤਾ। ਤੇ ਇਤਿਹਾਸ ਵਿੱਚ ਇਦਾਂ ਹੀ ਅਸੀਂ ਪੜ੍ਹਦੇ ਹਾਂ, ਜਿਸ ਵਕਤ ਸਿੱਧਾ ਨੇ ਕਲਾ ਵਰਤਾਈ, ਗੁਰੂ ਨਾਨਕ ਸਾਹਿਬ ਜੀ ਨੇ ਐਸਾ ਮੰਤਰ ਪੜ੍ਹਿਆ ਵੀ ਉਹ ਵੀ ਸਿੱਧੇ ਹੋ ਕੇ ਬਹਿ ਗਏ, ਉਹਨਾਂ ਤੋਂ ਵੀ ਕੋਈ ਵਸ ਨਹੀਂ ਚੱਲਿਆ, ਬੜੇ ਚਿੰਤਾ ਤੁਰ ਹੋਏ ਸਨ। ਸੋ ਇਸ ਵਿਧ ਨਾਲ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਵੀ ਇਹ ਬਹੁਤ ਪਰੇਸ਼ਾਨ ਹੋ ਗਿਆ ਵੀ ਇਹ ਕੋ ਮੇਰੇ ਨਾਲ ਕੀ ਕੁਝ ਵਾਪਰ ਰਿਹਾ ਹੈ। ਬਹੁ ਜੋਦਾ ਚੋ ਦਿਸ ਸਾਵਧਾਨ। ਹਾਲਾਂਕਿ ਇੱਥੇ ਤਾਂ ਬੜਾ ਕਰੜਾ ਪਹਿਰਾ ਹੈ, ਬੜੇ ਯੋਧੇ ਖੜੇ ਹਨ। ਕਿਸ ਵਿਦ ਕੋਏ ਨਾ ਪਹੁੰਚੈ ਆਣ। ਇੱਥੇ ਤੱਕ ਤਾਂ ਕੋਈ ਪਹੁੰਚ ਹੀ ਨਹੀਂ ਸਕਦਾ। ਜੇ ਰਾਜ ਮਹਲ ਦੀ ਗੱਲ ਕਰੀਏ, ਜਿੱਥੇ ਰਾਜਾ ਵਿਸ਼ਰਾਮ ਕਰਦਾ, ਉੱਥੇ ਕਿਸੇ ਆਮ ਮਨੁੱਖ ਦਾ ਪਹੁੰਚਣਾ ਕੋਈ ਸੰਭਵ ਹੈ? ਕਤਈ ਨਹੀਂ। ਉਹਦੀ ਇਜਾਜ਼ਤ ਤੋਂ ਬਿਨਾਂ ਤੇ ਕਦੇ ਕੋਈ ਉੱਥੇ ਜਾ ਹੀ ਨਹੀਂ ਸਕਦਾ ਹੈ ਜੀ। ਜੰਤਰ ਮੰਤਰ ਕੀ ਰੱਛਿਆ ਮੇਰੇ। ਤੇ ਇਕੱਲਾ ਫੌਜੀ ਸਿਕਿਉਰਿਟੀ ਕਹਿ ਲਈਏ ਉਹ ਹੀ ਨਹੀਂ ਹੈ, ਇਹਦੇ ਪਾਸ ਤਾਂ ਜੰਤਰਾਂ ਮੰਤਰਾਂ ਦੀ ਰੱਛਿਆ ਵੀ ਹੈ। ਜਿੱਥੇ ਮੰਤਰ ਪੜ੍ਹ ਦਈਏ ਉੱਥੇ ਵੀ ਕੁਝ ਨਹੀਂ ਹੁੰਦਾ। ਮੇਰੇ ਕੋਲ ਤਾਂ ਇਉਂ ਕਹਿ ਲਈਏ, ਰਾਜਾ ਸੋਚ ਰਿਹਾ ਵੀ ਮੇਰੇ ਕੋਲ ਤਾਂ ਆਮ ਲੋਕਾਂ ਨਾਲੋਂ, ਆਮ ਰਾਜਿਆਂ ਨਾਲੋਂ ਬਹੁਤ ਵੱਡੀ ਤਾਕਤ ਹੈ। ਇਕੱਲਾ ਇਹ ਸੰਤਰੀਆਂ ਮੰਤਰੀਆਂ ਦੀ ਰੱਖਿਆ ਹੀ ਨਹੀਂ,
ਹੋਰ ਵੀ ਗੁਪਤ ਤਾਕਤਾਂ ਹਨ ਕੋਈ ਨ ਆਏ ਸਕੈ ਮਮ ਨੇਰੇ। ਤੇ ਇਹਨਾਂ ਤਾਕਤਾਂ ਦੀ ਭੈ ਤੋਂ ਕੋਈ ਵੀ ਮੇਰੇ ਨੇੜੇ ਨਹੀਂ ਆ ਸਕਦਾ ਹੈ ਜੀ। ਮਹਾ ਸਖਤ ਜੁਤ ਜਿਸਨੇ ਕੀਨ। ਲੇਕਿਨ ਇਉਂ ਲੱਗਦਾ ਹੈ ਵੀ ਇੱਥੇ ਵੀ ਕਿਸੇ ਨੇ ਆਪਣੀ ਮਹਾ ਸ਼ਕਤੀ ਵੱਡੀ, ਮੇਰੇ ਤੋਂ ਵੀ ਵੱਡੀ ਕਲਾ ਇੱਥੇ ਵਰਤਾਈ ਹੈ। ਜਿੱਥੇ ਮੇਰੀ ਕਲਾ, ਮੇਰੀ ਤਾਕਤ ਖਤਮ ਹੋ ਗਈ, ਇਹਦਾ ਮਤਲਬ ਇਹ ਹੈ ਵੀ ਇੱਥੇ ਕਿਸੇ ਨੇ ਮੇਰੇ ਤੋਂ ਵੱਡਾ ਮੰਤਰ ਪੜ੍ਹ ਦਿੱਤਾ ਹੈ, ਕੋਈ ਵੱਡਾ। ਤੇ ਇਹ ਸੁਭਾਵਕ ਜੀ ਗੱਲ ਹੈ ਗੁਰਮੁਖੋ, ਇਹਨੂੰ ਦੂਜੇ ਪਾਸੇ ਨਾ ਲੈਣਾ ਵੀ ਸੋਚੀਏ ਵੀ ਇਹ ਇਦਾਂ ਕਿੱਦਾਂ ਜਾਂ ਕਰਾਮਾਤੀ। ਮੈਂ ਪਹਿਲਾਂ ਵੀ ਬੇਨਤੀ ਕੀਤੀ, ਕਿਉਂਕਿ ਜਦੋਂ ਕੋਈ ਮਨੁੱਖ ਜਿੱਦਾਂ ਦਾ ਕੰਮ ਕਰਦਾ ਨਾ, ਉਹਦੀ ਚਿਤਵਨੀ ਵੈਸੀ ਹੁੰਦੀ ਹੈ ਤੇ ਅਗਾਂ ਉਹਦੇ ਅੰਦਰ ਫੁਰਨੇ ਵੀ ਵੈਸੇ ਹੀ ਪ੍ਰਵਰਤ ਹੁੰਦੇ ਨੇ। ਜੇ ਕੋਈ ਜਾਦੂ ਟੋਣਾ ਆਦਿਕ ਐਦਾਂ ਕਰਦਾ ਨਾ, ਤੇ ਜੇ ਸੁਭਾਵਕ ਵੀ ਕਿਤੇ ਉਹਦੇ ਜੀਵਨ ਵਿੱਚ ਕੋਈ ਕਰਮ ਰੋਗ ਆ ਜਾਏ, ਕੋਈ ਦੁੱਖ ਬਣ ਜਾਏ, ਤੇ ਉਹ ਪਹਿਲੇ ਹੀ ਸੋਚਦਾ ਜੀ ਕਿਸੇ ਨੇ ਮੇਰਾ ਮੰਤਰ ਪੜ੍ਹ ਦਿੱਤਾ। ਕਿਉਂ? ਉਹ ਆਪ ਕਰ ਰਿਹਾ ਸਭ ਕੁਝ, ਉਹ ਅੱਗੇ ਲੋਕਾਂ ਨੂੰ ਇਹ ਕੁਝ ਸਿਖਾ ਰਿਹਾ, ਉਹ ਅੱਗੇ ਇਦਾਂ ਦਾ ਉਹ ਸੁਭਾਵਕ ਜੀ ਗੱਲ ਹੈ। ਫਿਰ ਉਹ ਹੀ ਸੋਚਦਾ ਵੀ ਆਹ ਵੇਖੋ ਜੀ ਹੁਣ ਮੇਰੇ ਤੋਂ ਕੋਈ ਵੱਡਾ ਟੱਕਰ ਗਿਆ, ਉਹਨੇ ਮੇਰਾ ਮੰਤਰ ਪੜ੍ਹ ਦਿੱਤਾ। ਇਸ ਵੇਲੇ ਦੇ ਮਨ ਵਿੱਚ ਵੀ ਬੜਾ ਭੈ ਆਇਆ। ਇਹਨੂੰ ਪਤਾ ਲੱਗਿਆ ਕਿ ਜ਼ਰੂਰ ਕੋਈ ਨਾ ਕੋਈ ਇੱਥੇ ਵੱਡੀ ਅਜ਼ਮਤ ਵਾਲਾ ਮਨੁੱਖ ਹੈ ਜਿਸ ਨੇ ਮੇਰੇ ਸਾਰੇ ਮੰਤਰਾਂ ਦੀ ਤਾਕਤ ਨੂੰ ਤੋੜ ਕੇ ਖਤਮ ਕਰ ਦਿੱਤਾ ਹੈ। ਸਭ ਦਬਾਏ ਪਟਿਆਇਦ ਲੀਨ। ਇਹ ਸਭ ਕੁਝ ਮੇਰੇ ਸ਼ਸਤਰ, ਮੇਰਾ ਸਭ ਬਸਤਰ ਜੋ ਵੀ ਸੀ, ਉਹ ਸਭ ਕੁਝ ਇੱਥੋਂ ਗਾਇਬ ਹੋ ਗਿਆ। ਭਾਵ ਇਹ ਕੌਣ ਲੈ ਗਿਆ, ਕਿਵੇਂ ਗਿਆ, ਕਿਸ ਵੇਦ ਕੌਣ ਆਇਆ, ਇਹਦਾ ਤਾਂ ਕੋਈ ਪਤਾ ਇਲਮ ਹੀ ਨਹੀਂ ਹੈ ਕਿਸੇ ਨੂੰ। ਸੋ ਇਹ ਬਹੁਤ ਜ਼ਿਆਦਾ ਚਿੰਤਾਤੁਰ ਹੋ ਗਿਆ ਹੈ ਜੀ। ਕਰ ਸਨਾਨਿਪ ਬੈਠਿਓ ਜਬੈ। ਫਿਰ ਇਸਨੇ ਉੱਠ ਕੇ ਸਵੇਰ ਦਾ ਇਸ਼ਨਾਨ ਕੀਤਾ, ਫਿਰ ਆਪਣੇ ਆਸਨ ਤੇ ਬੈਠਾ ਹੈ ਜੀ। ਨਿਪ ਜਨਨੀ ਆਈ ਚਲ ਤਬੈ। ਫਿਰ ਉਸ ਵਕਤ ਇਹਦੀ ਜਿਹੜੀ ਮਾਤਾ ਹੈ, ਕਾਮਰੂ ਦੇਸ਼ ਦੇ ਰਾਜੇ ਦੀ ਜਿਹੜੀ ਮਾਂ ਹੈ, ਉਹ ਇਹਦੇ ਪਾਸ ਚੱਲ ਕਰਕੇ ਆਉਂਦੀ ਹੈ। ਸੁਤ ਕੋ ਅਤ ਦੀਨਤ ਉਤਸਾਹੂ। ਫਿਰ ਆ ਕਰਕੇ ਉਸਨੇ ਆਪਣੇ ਪੁੱਤਰ ਨੂੰ ਇੱਕ ਤਰਵਾਸ ਦਿੱਤਾ। ਭਾਈ ਸਾਹਿਬ ਜੀ ਕਹਿੰਦੇ ਨੇ ਸੁਤ ਕੋ ਅਤ ਦੀਨਤ ਉਤਸਾਹੂ, ਆ ਕੇ ਤਰਵਾਸ ਦਿੱਤਾ ਵੀ ਕੋਈ ਨਹੀਂ, ਦੇਖਦੇ ਹਾਂ ਜੋ ਕੁਝ ਵੀ ਹੋਇਆ ਹੈ, ਕਿਵੇਂ ਹੋਇਆ, ਕਿਹਨੇ ਕੀਤਾ, ਕੌਣ ਵੱਡੀ ਤਾਕਤ ਵਾਲਾ ਆਇਆ। ਆਪਣੇ ਪੁੱਤਰ ਨੂੰ ਤਰਵਾਸ ਦੇਣ ਲੱਗੀ ਵੀ ਚਿੰਤਾ ਨਾ ਕਰ, ਇਹਦੀ ਖੋਜ ਕਰਦੇ ਆ, ਪੜਤਾਲ ਕਰਦੇ ਆ, ਕਿਸੇ ਨੇ ਇੱਥੇ ਚੋਰੀ ਕੀਤੀ ਹੈ, ਕੋਈ ਬਾਹਰੋਂ ਕਲਾ ਵਰਤੀ ਹੈ, ਕੀ ਕੁਝ ਹੋਇਆ ਹੈ ਜੀ। ਨੈ ਸੋਚੋ ਨਰਪਤ ਉਰਮਾਹੂ। ਭਾਵ ਏਦਾਂ ਰਾਜੇ ਹੋ ਕਰਕੇ ਤੁਸੀਂ ਚਿੰਤਾ ਤੁਰ ਨਾ ਹੋਵੋ, ਸੋਚੋ ਨਾ, ਕਿਉਂਕਿ ਰਾਜੇ ਦਾ ਇਹ ਕਰਮ ਨਹੀਂ ਹੈ। ਮੈਂ ਹੋ ਭਗਤ ਚੰਡ ਜਗ ਮਾਤ। ਇਹਦੀ ਜਿਹੜੀ ਮਾਤਾ ਹੈ ਉਹ ਵੀ ਮੰਤਰਾਂ ਦੇ ਵਿੱਚ ਬਹੁਤ ਵਿਸ਼ਵਾਸ ਰੱਖਦੀ ਹੈ, ਕਿਉਂਕਿ ਇਸ ਕੁਲ ਨੂੰ ਹੀ ਵਰਦਾਨ ਮਿਲਿਆ ਹੈ ਦੇਵੀ ਦਾ। ਸੋ ਇਸ ਵੇਲੇ ਉਹ ਕਹਿਣ ਲੱਗੀ ਵੀ ਮੈਂ ਆਪਣੀ ਮਾਤਾ ਦੀ ਆਰਾਧਨਾ ਕਰਦੀ ਹਾਂ, ਆਪਣੀ ਦੇਵੀ ਦਾ ਮੰਤਰ ਪੜ੍ਹਦੀ ਹਾਂ, ਫਿਰ ਸਾਨੂੰ ਪਤਾ ਲੱਗ ਜਾਏਗਾ। ਪੂਜਨ ਕਰੋ ਸਕਲ ਬਿਰਤਾਂਤ। ਇਤੋਂ ਫਿਰ ਸਾਨੂੰ ਸਾਰਾ ਬਿਰਤਾਂਤ ਮਾਲੂਮ ਹੋ ਜਾਏਗਾ ਵੀ ਸਾਡੇ ਨਾਲ ਕੀ ਕੁਝ ਵਾਪਰ ਰਿਹਾ ਹੈ। ਨਿਸ ਚਰਿਤ੍ਰ ਕੋ ਭੇਦ ਬਤਾਏ। ਇਸ ਵਿਦਨਾ ਉਹ ਜਿਹੜੀ ਮਾਤਾ ਸੀ, ਉਹਨੇ ਫਿਰ ਅੱਗੇ ਜੋ ਕੁਝ ਵੀ ਉਹ ਜਿਸ ਢੰਗ ਦੇ ਨਾਲ ਪੂਜਾ ਪਾਠ ਆਦਿ ਉਹਨੇ ਕਰਨਾ ਸੀ, ਉਹ ਆਪਣੇ ਢੰਗ ਦੇ ਨਾਲ ਉਹਨੇ ਕਰਨਾ ਜਿਹੜਾ ਪ੍ਰਾਰੰਭ ਕੀਤਾ। ਤੇ ਉਹ ਫਿਰ ਅੱਗੇ ਦੱਸਦੇ ਹਨ। ਇਮ ਕਹਿ ਕਰ ਨਿਪ ਜਨਨੀ ਗਈ। ਇਸ ਵੇ ਤਰਵਾਸ ਦੇ ਕਰਕੇ ਰਾਜੇ ਦੀ ਜਿਹੜੀ ਮਾਤਾ ਸੀ ਨਾ, ਉਸ ਸਥਾਨ ਤੋਂ ਰੁਖਸਤ ਹੋ ਗਈ ਹੈ ਜੀ। ਕਰ ਸਨਾਨ ਤਨ ਪਾਵਨ ਪਈ। ਉਸਨੇ ਵੀ ਫਿਰ ਸਵੇਰ ਅਨੁਸਾਰ ਆਪਣਾ ਇਸ਼ਨਾਨ ਪਾਨ ਆਦਿਕ ਕੀਤਾ ਹੈ। ਦੇਵੀ ਕੇ ਮੰਦਰ ਚਲ ਜਾਏ। ਫਿਰ ਉਹ ਜਿਹੜੀ ਦੇਵੀ ਦਾ ਇਹ ਸਾਰਾ ਦੇਸ਼ ਪੂਜਾ ਕਰਦਾ ਹੈ, ਕਾਮਰੂਪ ਦੇਵੀ, ਸੋ ਉਸ ਦੇਵੀ ਦੇ ਮੰਦਰ ਵਿੱਚ ਜਾ ਕਰਕੇ ਬੈਠਦੀ ਹੈ। ਪੂਜਨ ਕੋ ਸਮਾਜ ਸਭ ਲਿਆਏ। ਤੇ ਜੋ ਵੀ ਪੂਜਾ ਅਰਚਨਾ ਦੀ ਵਿਧੀ ਹੈ, ਜਿਸ ਢੰਗ ਦੇ ਨਾਲ ਇਹ ਲੋਕ ਕਰਦੇ ਹਨ, ਬੰਗਾਲ ਦੇ ਲੋਕ, ਕਿਉਂਕਿ ਮੰਤਰ ਨੇ ਨਾ ਉਹਨਾਂ ਪਾਸ ਜਾਦੂ ਮੰਤਰ, ਤੇ ਜੋ ਵੀ ਉਹਦਾ ਵਿਧਾਨ ਹੈ, ਜਿਸ ਢੰਗ ਦੇ ਨਾਲ ਪੂਜਾ ਆਦਿ ਕਰਨੀ, ਉਹ ਸਭ ਕੁਝ ਲਿਆ ਕਰਕੇ ਪੂਜਾ ਪ੍ਰਤਿਸ਼ਠਾ ਜੋ ਹੈ ਉਹ ਸ਼ੁਰੂ ਹੁੰਦੀ ਹੈ। ਧੂਪ ਤੁਖਾਏ ਆਰਤੀ ਕਰੀ। ਉਹਦਾ ਜ਼ਿਕਰ ਕੀਤਾ ਭਾਈ ਸਾਹਿਬ ਜੀਆਂ ਨੇ ਵੀ ਧੂਫ ਆਦਿਕ ਤੁਕਾ ਕੇ ਆਰਤੀ ਮੰਤਰ ਜੋ ਵੀ ਜਿਸ ਵਿਧ ਹੈ, ਕੁਜਾ ਮਲ ਕੀ ਬਰਖਾ ਚਰੀ, ਸਰਬ ਪ੍ਰਕਾਰ ਕਿਰਿਆ ਕਰ ਸਾਰੀ, ਮੁਖ ਤੇ ਉਸਤਤ ਮੰਤਰ ਨਿਹਾਰੀ। ਮੰਤਰਾਂ ਦਾ ਵਾਰ-ਵਾਰ ਜਪਨ ਕਰਕੇ ਆਪਣੇ ਮੁਖ ਤੋਂ ਇਹ ਉਸਤਤ ਕਰਦੇ ਹਨ। ਸਭ ਕੋ ਦੀਨਸ ਦੂਰ ਹਟਾਏ। ਫਿਰ ਜਿਸ ਵਕਤ ਉਹਨੇ ਮੰਤਰ ਜਪੇ, ਫਿਰ ਸਾਰਿਆਂ ਨੂੰ ਆਪਣੇ ਤੋਂ ਪਰੇ ਕਰ ਦਿੱਤਾ ਹੈ। ਬੈਠੀ ਆਪ ਧਿਆਨ ਕੋ ਲਾਏ। ਤੇ ਇਕੱਲੀ ਉਸ ਮੰਦਰ ਦੇ ਅੰਦਰ ਉਸ ਸਥਾਨ ਤੇ ਧਿਆਨ ਲਾ ਕਰਕੇ ਬੈਠ ਗਈ ਹੈ। ਤਬੈ ਭਵਨ ਤੇ ਬਾਣੀ ਪਈ। ਫਿਰ ਇੱਥੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਹਨ ਕਿ ਜਿਸ
ਵਕਤ ਧਿਆਨ ਲਾ ਕਰਕੇ ਬੈਠੀ ਨਾ, ਫਿਰ ਉਹਨੂੰ ਅੰਤਰਾਤਮੇ ਤੋਂ ਆਕਾਸ਼ਬਾਣੀ, ਜਿਵੇਂ ਆਪਾਂ ਕਹਿ ਦਿੰਦੇ ਆ, ਇੱਕ ਬਾਣੀ, ਇੱਕ ਸ਼ਬਦ ਜਿਹੜੇ ਹਨ ਉਹ ਸੁਣਾਈ ਦਿੱਤੇ ਹਨ। ਉਹਨੂੰ ਇਦਾਂ ਭਵਨ ਤੇ ਬਾਣੀ ਪਈ, ਹੁਣ ਇਹਨੂੰ ਇਉਂ ਸਮਝ ਲਈਏ ਵੀ ਉਹਨੂੰ ਬਾਹਰੋਂ ਸੁਣਾਈ ਦਿੱਤਾ ਜਾਂ ਅੰਦਰੋਂ ਸੁਣਾਈ ਦਿੱਤਾ, ਕਿਉਂਕਿ ਦੂਜਾ ਤਾਂ ਕੋਈ ਹੈ ਹੀ ਨਹੀਂ ਨਾ। ਉਹ ਇਕੱਲੀ ਬੈਠੀ ਆਪਣੇ ਧਿਆਨ ਵਿੱਚ ਪੂਜਾ ਕਰਕੇ ਮਗਨ। ਸੋ ਇਸ ਵੇਲੇ ਉਹਨੂੰ ਇਹ ਬਾਣੀ ਜਿਹੜੀ ਹੈ, ਇਹ ਬੋਲ ਸੁਣਾਈ ਦਿੱਤੇ ਹਨ। ਸੁਨ ਰਾਣੀ ਨਿਸਮੈ ਜਿਮ ਥਈ। ਅੱਗੋਂ ਇਹ ਬਚਨ ਹੋਏ ਕਿ ਸੁਣ, ਜੇ ਜ਼ਰੂਰੀ ਸੁਣਨਾ ਹੀ ਹੈ ਤੇ ਇਹ ਸਾਥੋਂ ਸੁਣਨਾ ਕਰੋ। ਤੀਨ ਲੋਕਪਤ ਕੋ ਅਵਤਾਰ। ਕੀ ਸੁਣਾਈ ਦਿੰਦਾ ਹੈ? ਤੀਨ ਲੋਕਪਤ ਕੋ ਅਵਤਾਰ, ਤਿੰਨਾਂ ਲੋਕਾਂ ਦਾ ਜਿਹੜਾ ਪਤੀ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਉਹਦਾ ਜਿਹੜਾ ਅਵਤਾਰ ਇਸ ਧਰਤੀ ਤੇ ਮੌਜੂਦਾ ਸਮੇਂ ਅੰਦਰ ਪ੍ਰਗਟ ਹੈ ਜੀ। ਸ੍ਰੀ ਨਾਨਕ ਜਸ ਜਗਤ ਮੰਝਾਰ। ਜਿਨ੍ਹਾਂ ਦਾ ਸੰਸਾਰ ਵਿੱਚ ਜਸ ਵਰਤਿਆ ਹੋਇਆ ਹੈ, ਲੁਕਾਈ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਮ ਤੋਂ ਯਾਦ ਕਰਦੀ ਹੈ, ਜਿਹੜੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਜਿਨ੍ਹਾਂ ਨੂੰ ਇਸ ਵਕਤ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੇ ਨਾਮ ਤੋਂ ਯਾਦ ਕੀਤਾ ਜਾਂਦਾ ਹੈ। ਤਿਸ ਗਾਦੀ ਗੁਰੂ ਤੇਗ ਬਹਾਦਰ। ਹੁਣ ਉਹਨਾਂ ਦੀ ਗੱਦੀ ਤੇ ਅੱਗੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵਿਰਾਜਮਾਨ ਹਨ। ਜਹਾਂ ਸਿਮਰਿਐ ਤਿਸ ਥਲ ਹਾਦਰ। ਉਸਤਤ ਕੀਤੀ ਹੈ ਭਾਈ ਸੰਤੋਖ ਸਿੰਘ ਸਾਹਿਬ ਜੀ ਹੋਰਾਂ ਨੇ ਕਿ ਜਿਨ੍ਹਾਂ ਨੂੰ ਜਿੱਥੇ ਵੀ ਯਾਦ ਕਰੀਏ, ਸਭ ਥਾਈਂ ਹੋਏ ਸਹਾਏ, ਸਭ ਥਾਈਂ ਜਿੱਥੇ ਵੀ ਜਿਨ੍ਹਾਂ ਨੂੰ ਮਹਾਰਾਜ ਨੂੰ ਜਿੱਥੇ ਵੀ ਯਾਦ ਕਰੀਏ ਉਹ ਹਾਜ਼ਰ ਹੁੰਦੇ ਹਨ। ਭਗਤ ਰੂਪ ਆਪਣੋ ਬਵਤਾਰਿਓ। ਗੁਰੂ ਨੇ ਆਪਣਾ ਰੂਪ ਧਾਰਿਆ ਹੋਇਆ ਹੈ। ਭਗਤ ਰੂਪ, ਭਗਤ ਤੋਂ ਭਾਵ ਹੈ ਆਪਣੇ ਸੇਵਕਾਂ ਦੀ ਰੱਖਿਆ ਕਰਨ ਵਾਲੇ, ਭਗਤ ਵਛਲ ਵੀ ਅਸੀਂ ਕਹਿ ਦਿੰਦੇ ਹਾਂ। ਸੋ ਐਸਾ ਰੂਪ ਬਣਾਇਆ ਜਿਹੜੇ ਇਸ ਧਰਤੀ ਤੇ ਆਪਣੇ ਪਿਆਰਿਆਂ ਦੀ ਰੱਖਿਆ ਕਰਨ ਦੇ ਲਈ ਸਰੀਰ ਰੂਪ ਵਿੱਚ ਪ੍ਰਗਟ ਹੋਏ ਹਨ, ਜਿਹੜੇ ਧਰਮ ਚਲਾਉਣ ਦੇ ਲਈ, ਸੰਤ ਉਭਾਰਨ ਦੇ ਲਈ ਇਹ ਸਰੀਰ ਲੈ ਕਰਕੇ ਇਸ ਸੰਸਾਰ ਵਿੱਚ ਆਏ ਹਨ। ਨੌਵੇਂ ਗੁਰੂ ਜਗਤ ਜਿਨ ਤਾਰਿਓ। ਨੌਵੀਂ ਜੋਤ, ਨੌਵੇਂ ਘਰ ਵਿੱਚ ਨੌਵੇਂ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੇ ਨਾਮ ਦੇ ਨਾਲ ਜਗਤ ਦਾ ਉਧਾਰ ਹੁੰਦਾ ਹੈ। ਜੋ ਸ਼ਰਦਾ ਤੈ ਸ਼ਰਨੀ ਪਰੈ। ਜਿਹੜੇ ਵੀ ਸ਼ਰਧਾ ਧਾਰ ਕੇ ਉਹਨਾਂ ਦੀ ਸ਼ਰਨ ਵਿੱਚ ਪੈਂਦੇ ਹਨ, ਤਿਸ ਸਹਾਇਤਾ ਸਭ ਥਲ ਕਰੈ। ਤੇ ਮਹਾਰਾਜ ਕਿਰਪਾ ਕਰਕੇ ਉਹਦੀ ਹਰ ਥਾਂ ਤੇ ਸਹਾਇਤਾ ਕਰਦੇ ਹਨ। ਨਿਪਰਤ ਜੋਧਪੁਰ ਸੇਵਕ ਪਇਓ। ਬਸ ਉਹੀ ਹੈ ਜਿਹਦੇ ਨਾਲ ਤੁਸੀਂ ਲੜਾਈ ਕਰ ਰਹੇ ਹੋ, ਜੋਧਪੁਰ ਦਾ ਰਾਜਾ ਬਿਸ਼ਨ ਸਿੰਘ, ਉਹ ਉਹਨਾਂ ਦਾ ਸੇਵਕ ਬਣ ਚੁੱਕਾ ਹੈ। ਤੇ ਸੇਵਕ ਦੀ ਪੈਜ ਰੱਖਣੀ ਗੁਰੂ ਦਾ ਸੁਭਾਅ ਹੈ। ਭਗਤਾਂ ਦੀ ਸਦਾ ਤੂੰ ਰੱਖਦਾ, ਹਰਿ ਜੀਉ ਧੁਰ ਤੂੰ ਰੱਖਦਾ, ਆਇਆ ਪ੍ਰਹਿਲਾਦ ਜਨ ਤੁਧ ਰੱਖ ਲਏ, ਹਰਿ ਜੀਉ ਹਰਨਾਕਸ਼ ਮਾਰ ਬਚਾਇਆ। ਮਹਾਰਾਜ ਬਾਣੀ ਵਿੱਚ ਹੀ ਕਹਿੰਦੇ ਹਨ, ਹਰਿ ਜੀਏ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸਰਨਾਈ। ਕਿ ਜਿਹੜਾ ਨਿਰਭਰ ਰਾਜਾ ਬਿਸ਼ਨ ਸਿੰਘ ਹੈ, ਉਹਨਾਂ ਦੀ ਸ਼ਰਨ ਵਿੱਚ ਪੈ ਗਿਆ। ਬਿਨਤੀ ਪੰਥ ਸੰਗ ਲਿਆਇਓ, ਉਹਨੇ ਬੇਨਤੀ ਕੀਤੀ ਹੈ ਤੇ ਉਹ ਨਾਲ ਹੀ ਗੁਰੂ ਜੋਤ ਨੂੰ ਨਾਲ ਹੀ ਲੈ ਕਰਕੇ ਇੱਥੇ ਆਏ ਹਨ। ਤੁਮ ਤੇ ਤਿਸ ਕੋ ਚਿੰਤਾ ਨਾਹੀ, ਕਸ ਸੰਸਾ ਤੁਮ ਕਰੋ ਮਨ ਮਾਹੀ। ਇਸ ਕਰਕੇ ਹੁਣ ਉਹ ਨਿਸ਼ਚਿੰਤ ਹਨ, ਉਹ ਬੇਖੌਫ ਹੋ ਕੇ ਲੜ ਰਹੇ ਹਨ, ਕਿਉਂਕਿ ਉਹਨਾਂ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਬੈਠੇ ਹਨ। ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਇੱਥੇ ਆਪਣੀ ਇਸ ਰਚਨਾ ਵਿੱਚ ਕਿ ਇਸ ਵੇਲੇ ਜਿਹੜਾ ਬੰਗਾਲ ਦੇਸ਼ ਦਾ ਰਾਜਾ ਸੀ, ਉਹਦੀ ਮਾਂ ਨੂੰ ਇਹ ਆਕਾਸ਼ਬਾਣੀ, ਇਹ ਸ਼ਬਦ ਜਿਹੜੇ ਹਨ ਸੁਣਾਈ ਦਿੱਤੇ। ਫਿਰ ਉਸ ਤੋਂ ਬਾਅਦ ਉਸਨੇ ਆਪਣੇ ਪੁੱਤਰ ਉਸ ਰਾਜੇ ਨੂੰ ਦੱਸਿਆ ਕਿ ਰਾਜਾ ਪਹਿਲਾਂ ਹੀ ਪ੍ਰਭਾਵਿਤ ਹੈ, ਕਿਉਂਕਿ ਬੜੇ ਦਿਨਾਂ ਤੋਂ ਮੰਤਰ ਪੜਨ ਲੱਗੇ ਹੋਏ ਨੇ, ਕੰਮ ਕੋਈ ਨਹੀਂ ਕਰਦਾ। ਕਦੇ ਉਹ ਜਾਦੂਗਰ ਮਨੁੱਖਾਂ ਨੂੰ ਭੇਜਦੇ ਹਨ, ਕਦੇ ਇਸਤਰੀਆਂ ਨੂੰ ਭੇਜਦੇ ਹਨ, ਬੜਾ ਵਰਤਾਰਾ ਵਰਤ ਰਿਹਾ, ਪਰੰਤੂ ਅਸਰ ਕੋਈ ਨਹੀਂ ਕਰਦਾ। ਸੋ ਜਿਸ ਵੇਲੇ ਇਹ ਸਾਰੀ ਗੱਲ ਦਾ ਇਲਮ ਹੁੰਦਾ ਹੈ, ਫਿਰ ਮਹਾਰਾਜ ਜੀ ਕੇ ਚਰਨਾਂ ਵਿੱਚ ਆਉਂਦੇ ਹਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਕੇ ਦੋਵਾਂ ਰਾਜਿਆਂ ਦੀ ਸੰਧੀ ਕਰਵਾ ਇਸ ਜੰਗ ਨੂੰ ਧੁਰ ਤੋਂ ਹੀ ਖਤਮ ਕਰ ਦਿੰਦੇ ਹਨ। ਸੋ ਜਿਵੇਂ ਇਹ ਵਰਤਾਂਤ ਅੱਗੇ ਚੱਲਦਾ ਹੈ, ਸਾਖੀ ਦਾ ਹਵਾਲਾ ਬਹੁਤ ਲੰਬੇਰਾ ਹੈ, ਯਤਨ ਕਰਾਂਗੇ ਇਹਨਾਂ ਦੀਵਾਨਾਂ ਵਿੱਚ ਇਸੇ ਤਰ੍ਹਾਂ ਹੀ ਸਾਰੀ ਵਿਥਿਆ ਆਪ ਸੰਗਤਾਂ ਦੇ ਨਾਲ ਸਾਂਝੀ ਕਰਨ ਦਾ। ਜੀ ਅੱਜ ਇਤਨੀਆਂ ਬਿਨਤੀਆਂ ਪ੍ਰਵਾਨ ਕਰਿਓ। ਗੁਰੂ ਇਤਿਹਾਸ ਦੀ ਵਿਚਾਰ ਕਰਦੇ ਹਾਂ, ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਤਰੁੱਟੀਆਂ ਰਹਿੰਦੀਆਂ ਹਨ। ਗੁਰਦੇਵ ਗੁਰੂ ਕੀ ਸੰਗਤ ਬਖਸ਼ਣ ਜੋਗ ਅਣਜਾਣ ਸਮਝ ਕਰ ਬਖਸ਼ ਲੈਣਾ। ਆਓ ਅਦਬ ਸਹਿਤ ਗੁਰੂ ਚਰਨਾਂ ਅੰਦਰ ਸੀਸ ਝੁਕਾਈਏ, ਗੁਰਦੇਵ ਰਹਿਮਤ ਕਰਨ, ਗੁਰੂ ਫਤਿਹ ਨਾਲ ਸਾਂਝ ਪਾਓ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।